ਵੱਡਾ ਮਸਲਾ ਇਹੀ ਹੈ ਕਿਸ ਤਰ੍ਹਾਂ ਦੇ ਨਾਲ ਹੁਣ ਵਿਦੇਸ਼ਾਂ ਦੇ ਵਿੱਚ ਇੱਕ ਉਡਾਨ ਜਿਹੜੀ ਹੈ ਉਹ ਹੋ ਸਕਦੀ ਹੈ, ਪੋਸੀਬਲ ਹੋ ਸਕਦੀ ਹੈ, ਕਿਉਂਕਿ ਅਗਰ ਰੋਜ਼ਗਾਰ ਦੀ ਗੱਲ ਕਰੀਏ ਤਾਂ ਰੋਜ਼ਗਾਰ ਇਸ ਵੇਲੇ ਦੇਸ਼ ਦੇ ਵਿੱਚ ਵੀ ਘੱਟ ਹੈ, ਪੰਜਾਬ ਦੇ ਵਿੱਚ ਵੀ ਘੱਟ ਹੈ, ਤੇ ਜੇਕਰ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਕਿੱਥੇ ਜਾ ਸਕਦੇ ਨੇ ਇਸ ਵੇਲੇ ਭਾਰਤੀ ਜਾਂ ਫਿਰ ਪੰਜਾਬੀ, ਔਰ ਕਿੰਨੀ ਕੁ ਪੋਸੀਬਿਲਿਟੀ ਹੈਗੀ ਹੈ, ਕਿਉਂਕਿ ਫਿਲਹਾਲ ਦੀ ਘੜੀ 'ਚ ਬਹੁਤ ਜ਼ਿਆਦਾ ਸਵਾਲ ਜਿਹੜੇ ਨੇ ਪੈਦਾ ਹੋ ਰਹੇ ਨੇ। ਸੋ ਸਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਸਵਾਲਾਂ ਤੇ ਨਿਗਾਹ ਮਾਰ ਲੈਂਦੇ ਆ। ਕੋਰੋਨਾ ਕਰਕੇ ਵਿਦੇਸ਼ਾਂ 'ਚ ਜਾਣ ਦੀ ਕੀ ਸੰਭਾਵਨਾ ਹੈਗੀ ਹੈ? ਸਭ ਤੋਂ ਵੱਡਾ ਸਵਾਲ ਹੈ ਕੋਰੋਨਾ ਨੇ ਵਿਦੇਸ਼ ਦੇ ਸੁਪਨਿਆਂ ਨੂੰ ਕਿੰਨਾ ਕੁ ਦੂਰ ਕੀਤਾ? ਕਿਵੇਂ ਕੋਰੋਨਾ ਤੋਂ ਬਾਅਦ ਵਿਦੇਸ਼ ਦੇ ਵਿੱਚ ਭਾਰਤੀ ਜਾ ਸਕਦੇ ਨੇ, ਪੰਜਾਬੀ ਜਾ ਸਕਦੇ ਨੇ? ਕੋਰੋਨਾ ਕਰਕੇ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕਿੰਨੀ ਕੁ ਪੋਸੀਬਿਲਿਟੀ ਹੈਗੀ ਹੈ ਉੱਥੇ ਜਾਣ ਦੀ? ਕਿਉਂਕਿ ਅਗਰ ਗੱਲ ਕਰਦੇ ਹਾਂ ਕੁੱਲ ਮਿਲਾ ਕੇ ਜਦੋਂ ਦਾ ਕੋਰੋਨਾ ਇਸ ਵੇਲੇ ਆਇਆ ਹੈ ਪੂਰੀ ਦੁਨੀਆ ਦੇ ਵਿੱਚ ਤੇ ਖਾਸ ਤੌਰ ਤੇ ਭਾਰਤ ਵਿੱਚ, ਤਾਂ ਇੱਕ ਸਵਾਲ ਇਹੀ ਖੜਾ ਹੋ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਹਾਲਾਤ ਜਿਹੜੇ ਨੇ ਉਹ ਪੈਦਾ ਹੋਣਗੇ। ਸੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ? ਸਭ ਤੋਂ ਵੱਡਾ ਮਸਲਾ ਇਹ ਹੈਗਾ ਕਿ ਹੁਣ ਕੀ ਕੁਝ ਹੋ ਸਕਦਾ ਹੈ। ਸੋ ਇਸ ਦੇ ਲਈ ਚਰਚਾ ਕਰਨੀ ਬੇहद ਜ਼ਰੂਰੀ ਹੈ ਤੇ ਚਰਚਾ ਲਈ ਮੇਰੇ ਨਾਲ ਕੁਝ ਮਹਿਮਾਨ ਖਾਸ ਮੌਜੂਦ ਨੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਗੁਰਪਾਲ ਉੱਪਲ ਜੀ ਸਾਡੇ ਨਾਲ ਮੌਜੂਦ ਨੇ, ਯੂਕੇ ਤੋਂ ਜੋ ਪ੍ਰੈਜ਼ੈਂਟ ਕਰ ਰਹੇ ਨੇ, ਔਰ ਇੱਕ ਵਕੀਲ ਵੀ ਨੇ। ਜਗਜੀਤ ਜੀ ਸਾਡੇ ਨਾਲ ਮੌਜੂਦ ਨੇ, ਨਿਊਜ਼ੀਲੈਂਡ ਨੂੰ ਪ੍ਰੈਜ਼ੈਂਟ ਕਰਨਗੇ, ਸੋ ਮੈਂਟਵੀ ਤੋਂ ਸਾਡੇ ਨਾਲ ਮੌਜੂਦ ਨੇ। ਔਰ ਆਸ਼ੂਤੋਸ਼ ਜੀ ਸਾਡੇ ਨਾਲ ਮੌਜੂਦ ਨੇ, ਆਈਲੈਟਸ ਇੰਸਟੀਚਿਊਟ ਰਿਪਰੈਜ਼ੈਂਟ, ਯਾਨੀ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਜਿਹੜੇ ਆਈਲੈਟਸ ਕਰਨਾ ਚਾਹੁੰਦੇ ਨੇ ਲੋਕ ਜਾ ਕੇ ਕਰ ਸਕਦੇ ਨੇ, ਔਰ ਕੀ ਕੁਝ ਫਿਲਹਾਲ ਪੋਸੀਬਿਲਿਟੀਜ਼ ਹੈਗੀਆਂ ਨੇ। ਇੱਕ ਗੰਭੀਰ ਚਰਚਾ ਹੋਣੀ ਇਸ ਤੇ ਬਹੁਤ ਜ਼ਰੂਰੀ ਸੀਗੀ, ਸੋ ਕੋਸ਼ਿਸ਼ ਕੀਤੀ ਹੈ। ਸੋ ਸਾਰੇ ਹੀ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈਗਾ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਗੁਰਪਾਲ ਉੱਪਲ ਜੀ ਆਉਣਾ ਚਾਹਾਂਗੀ। ਅਗਰ ਗੱਲ ਕਰਦੇ ਹਾਂ ਫਿਲਹਾਲ ਦੇ ਹਾਲਾਤਾਂ ਦੀ ਵਿਦੇਸ਼ਾਂ ਨੂੰ ਲੈ ਕੇ, ਤਾਂ ਸਭ ਤੋਂ ਪਹਿਲਾਂ ਕੀ ਕੁਝ ਕਹੋਗੇ? ਗੁਰਪਾਲ ਜੀ ਤੁਹਾਡੇ ਤੱਕ ਆਵਾਜ਼ ਪਹੁੰਚ ਪਾ ਰਹੀ ਹੈ ਮੇਰੀ? हाँ जी, आ रही है। We have a poor connection from the UK, पर हाँ आ रही है जी। जी Welcome first of all to the UK and welcome to everybody in India as well। ठीक है। ਗੁਰਪਾਲ ਜੀ ਜਾਨਣਾ ਚਾਹਾਂਗੇ ਤੁਹਾਡੇ थोड़ा ਤੋਂ, सवाल की सी? ਸਵਾਲ ਇਹ ਹੈ ਸਭ ਤੋਂ ਪਹਿਲਾਂ ਕਿ ਜੋ ਹੁਣ ਸਥਿਤੀ ਬਣੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈਗੀ। ਜਿਹੜੇ ਪੰਜਾਬੀ ਸਾਨੂੰ ਸੁਣ ਪਾ ਰਹੇ ਨੇ ਜਾਂ ਫਿਰ ਭਾਰਤੀ ਸੁਣ ਪਾ ਰਹੇ ਨੇ, ਕੀ ਕੁਝ ਪੋਸੀਬਿਲਿਟੀ ਸਭ ਤੋਂ ਪਹਿਲਾਂ ਸਥਿਤੀ ਮੌਜੂਦਾ ਜਾਨਣਾ ਚਾਹਾਂਗੇ ਅਗਰ ਬਾਹਰਲੇ ਮੁਲਕਾਂ ਨੂੰ ਲੈ ਕੇ ਗੱਲ ਕਰਦੇ ਆ ਤਾਂ? ਤਰੱਕੀ ਕਰਨ ਵਾਸਤੇ ਤੁਸੀਂ ਜਿਹੜੇ ਮਰਜ਼ੀ ਮੁਲਕ 'ਚ ਜਾਓ, ਆਈ ਥਿੰਕ ਉਹ ਹਮੇਸ਼ਾ ਪੰਜਾਬੀ ਦੀ ਇੱਕ ਉਮੀਦ ਰਹੀ ਹੈਗੀ ਤਰੱਕੀ ਕਰਨ ਵਾਸਤੇ। ਸ਼ਾਇਦ ਪੰਜਾਬ ਜਿਹੜਾ ਕਿ ਉਨੀ ਤਰੱਕੀ ਨਹੀਂ ਕਰ ਪਾਏ ਜਿੰਨੇ ਆਪਾਂ ਬਾਹਰਲੇ ਮੁਲਕਾਂ 'ਚ ਕਰ ਪਾਏ ਹੈਗੇ ਆ। ਹਰ ਇੱਕ ਮੁਲਕ ਦੀ ਪਾਲਿਸੀ ਹੁੰਦੀ ਹੈਗੀ ਆ, ਪਾਲਿਸੀ ਵੀ ਹੁੰਦੀ ਹੈ ਇੱਕ ਮਾਈਗ੍ਰੇਸ਼ਨ ਕੰਟਰੋਲ ਕਰਨ ਵਾਸਤੇ, ਫਲੋ ਆਫ ਮਾਈਗ੍ਰੈਂਟਸ ਜੋ ਆ ਰਹੇ ਹੈਗੇ ਆ। ਅੱਗੇ ਮੈਂ ਯੂਕੇ ਦੀ ਗੱਲ ਕਰਾਂ, ਜਿੱਥੇ ਮੇਰਾ ਜੰਮਪਲ ਵੀ ਹੈਗਾ, ਜਿੱਥੇ ਮੈਂ ਵਕਾਲਤ ਵੀ ਕਰਦਾ, ਜਿੱਥੇ ਮੈਂ ਇਮੀਗ੍ਰੇਸ਼ਨ ਵੀ ਕਰਦਾ ਹੈਗਾ, ਭਾਰੀ ਗਿਣਤੀ ਪੰਜਾਬੀਆਂ ਦੀ ਸਪੈਸ਼ਲੀ ਮੈਂ ਕਹਿੰਦਾ ਪਿਛਲੇ 6 ਮਹੀਨੇ 'ਚ ਹੁਣ ਆਈ ਹੈਗੀ ਆ। ਉਹ ਹੈਗੀ ਜਿਆਦਾ ਸਟੂਡੈਂਟ ਦੇ ਰੂਪ ਦੇ ਵਿੱਚ। ਦੂਸਰੇ ਪਾਸੇ ਵਰਕ ਪਰਮਿਟ ਦੀ ਵੀ ਲੋੜ ਹੈਗੀ ਆ। ਸਾਡੀ ਨਵੀਂ ਪੁਆਇੰਟ ਬੇਸ ਸਿਸਟਮ 1 ਜਨਵਰੀ 2021 ਤੋਂ ਵੀ ਸ਼ੁਰੂ ਹੋਣੀ ਹੈਗੀ, ਜੋ ਇੱਕ ਆਸਟ੍ਰੇਲੀਅਨ ਪੁਆਇੰਟ ਬੇਸ ਸਿਸਟਮ ਦੇ ਉੱਪਰ ਬਣਾਇਆ ਗਿਆ ਹੈਗਾ। ਪਰ ਇਸ਼ੂ ਜੋ ਪੰਜਾਬੀ ਨੂੰ ਅੱਜ ਦੇ ਵਕਤ ਸ਼ਾਇਦ ਫੇਸ ਹੋ ਰਹੀ ਹੈਗੀ, ਸਪੈਸ਼ਲੀ ਮਾਈਗ੍ਰੈਂਟਸ ਪੰਜਾਬ ਤੋਂ, ਉਹ ਸ਼ਾਇਦ ਤਾਂ ਸਾਨੂੰ ਨਜ਼ਰ ਆ ਰਹੀ ਹੈਗੀ ਬਿਕਾਜ਼ ਅੱਜ ਦੇ ਵਕਤ ਆਪਾਂ ਲੋਕਡਾਊਨ ਦੇ ਵਿੱਚ ਹੈਗੇ ਆ। ਤਕਰੀਬਨ ਪਿਛਲੇ ਸਾਲ ਅੱਗੇ ਦੇਖਿਆ ਜਾਏ ਤਕਰੀਬਨ 25,000 ਤੋਂ ਉੱਪਰ ਸਟੂਡੈਂਟ ਵੀ ਯੂਕੇ ਆ ਚੁੱਕਾ ਹੈਗਾ ਫਰਮ ਇੰਡੀਆ, ਜੋ ਇਸ ਵਕਤ ਦਿੱਕਤ ਹੈਗੀ ਆ। ਜਿਹੜੀ ਫਿਊਚਰ ਪੰਜਾਬੀ ਦੀ ਹੁਣ ਦੇਖਣ ਵਾਲੀ ਹੈਗੀ, ਕੀ ਹੋਊਗਾ ਤੇ ਕੀ ਨਹੀਂ ਹੋਊਗਾ। ਸੋ ਉਹੀ ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਕੀ ਲੱਗਦਾ ਹੈ ਤੁਹਾਨੂੰ? ਅਗਰ ਤੁਹਾਡੇ ਤੋਂ ਜ਼ਿਆਦਾ ਬਿਹਤਰ ਜਾਣਕਾਰੀ ਮੈਨੂੰ ਨਹੀਂ ਲੱਗਦਾ ਕਿ ਕੋਈ ਦੇ ਸਕਦਾ ਹੈ ਅਗਰ ਯੂਕੇ ਨੂੰ ਲੈ ਕੇ ਗੱਲ ਕਰਦੇ ਆ, ਕਿਉਂਕਿ ਅਗਰ ਮਰੀਜ਼ਾਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਹੈਗੇ ਨੇ ਕੋਰੋਨਾ ਦੇ। ਸੋ ਕੋਰੋਨਾ ਇਹ ਨਹੀਂ ਹੈ ਕਿ ਕਿਤੇ ਨਹੀਂ ਹੈ, ਸਾਰੇ ਪਾਸੇ ਹੈਗਾ। ਯੂਕੇ ਦੀ ਗੱਲ ਕਰੀਏ ਤਾਂ ਕੀ ਕਹੋਗੇ?
ਹਾਂਜੀ ਗੁਰਪਾਲ ਜੀ, ਤੁਹਾਡੇ ਤੱਕ ਆਵਾਜ਼ ਪਹੁੰਚ ਪਾ ਰਹੀ ਹੈ? ਇਹ ਕਰੋਨਾ ਵਾਇਰਸ ਦੀ ਵਾਸਤੇ ਦੇਖੇ ਤੇ ਇਸ਼ੂਜ਼ ਕੀ ਪਏ ਹੈਗੇ, ਸ਼ਾਇਦ ਸਟੂਡੈਂਟਸ ਨੂੰ ਪਏ ਹੈਗੇ, ਬਿਕੋਜ਼ ਹਾਂਜੀ। ਹੂੰ। ਹਾਂਜੀ, we have, like I said, we have a poor connection, but I think I've got the gist of the question. ਕਿ ਤੁਸੀਂ ਪੁੱਛ ਰਹੇ ਹੋ ਕਰੋਨਾ ਵਾਇਰਸ ਵਾਸਤੇ ਪੰਜਾਬੀ ਨੂੰ ਕੀ ਦਿੱਕਤ ਪੈ ਰਹੀ ਹੈਗੀ ਆ, ਕਿ ਮੈਂ ਸਟੂਡੈਂਟਸ ਦਾ ਸ਼ਾਇਦ ਮੈਂ ਜ਼ਿਆਦਾ ਗੱਲ ਕਰੂੰਗਾ, ਬਿਕੋਜ਼ ਉਹੀ ਦਿੱਕਤ ਪੈ ਰਹੀ ਹੈਗੀ ਆ, ਬਿਕੋਜ਼ ਯੂਕੇ ਦੇ ਰੈਜ਼ੀਡੈਂਟਸ ਜੋ ਇੱਥੇ ਦੇ ਐਨਆਈ ਸੈਟਲ ਹੈਗੇ ਆ, ਉਹ ਤਾਂ ਵੈਸੇ ਵੀ ਲੋਕਡਾਊਨ ਦੇ ਵਿੱਚ ਆਪਣੇ ਘਰਾਂ 'ਚ ਰਹਿ ਰਹੇ ਹੈਗੇ ਆ, ਪਰ ਬਹੁਤ ਬੱਚੇ ਹੁਣ ਆਏ ਹੈਗੇ, ਸਪੈਸ਼ਲੀ ਮੈਂ ਕਹੂੰਗਾ ਪੰਜਾਬ ਦੇ ਏਜੰਟਾਂ ਰਾਹੀਂ, ਜੋ ਸ਼ਾਇਦ ਨਕਲੀ ਫੰਡਸ ਪੈਕੇजेस ਲੈ ਕੇ ਆਏ ਸੀ। ਇੱਥੇ ਤੱਕ ਵੀ ਮੈਂ ਕਹੂੰਗਾ ਜੰਸ ਜੋ ਪੈਕੇजेस ਵੇਚ ਰਹੇ, ਕਈ ਵਾਰੀ ਉਹ ਟਿਊਸ਼ਨ ਫੀਸ ਤੋਂ ਜ਼ਿਆਦਾ ਆਪਣੀ ਕਮਾਈ ਉਹਨਾਂ ਦੀ ਖੁਦ ਦੀ ਹੁੰਦੀ ਹੈਗੀ ਆ, ਬਿਲਕੁਲ ਉਹ ਕਰਜ਼ਾ ਨਾਲ ਇੱਥੇ ਲੈ ਕੇ ਆਏ ਹੈਗੇ ਆ, ਆਏ ਹੈਗੇ, ਉਹਨੂੰ ਕੰਮ ਕਰਨ ਦੀ ਸ਼ਾਇਦ ਉਨੀ ਇਜਾਜ਼ਤ ਨਹੀਂ ਮਿਲਦੀ ਜੋ ਉਹ ਚਾਹੁੰਦੇ ਸੀ, ਬਿਕੋਜ਼ ਲੋਕਡਾਊਨ ਦੇ ਵਿੱਚ ਬਾਹਰ ਨਹੀਂ ਜਾ ਸਕਦੇ। 20 ਆਵਰਸ ਦੀ ਵੈਸੇ ਇੱਕ ਲਿਮਿਟੇਸ਼ਨ ਹੁੰਦੀ ਹੈ ਇੱਕ ਬੱਚੇ ਨੂੰ ਕੰਮ ਕਰਨ ਵਾਸਤੇ ਜੀ, ਤੇ ਜੇ ਸਮੇਂ ਦੇ ਵਿੱਚ ਤੁਸੀਂ ਹੁਣ ਕੰਮ ਨਹੀਂ ਕਰ ਸਕਦੇ ਹੈਗੇ, ਤੁਸੀਂ ਫਿਰ ਆਪਣੀ ਰੋਟੀ ਪਾਣੀ ਦਾ ਖਰਚਾ ਵੀ ਚੱਕਣਾ ਹੈਗਾ, ਕਿਰਾਇਆ ਵੀ ਦੇਣਾ ਹੈਗਾ, ਪਿੱਛੇ ਕਰਜ਼ਾ ਜੋ ਚੱਕਿਆ ਹੈਗਾ ਉਹ ਵੀ ਤੁਸੀਂ ਵਾਪਸ ਭੇਜਣਾ ਹੈਗਾ, ਤਾਂ ਹਲੇ ਤੱਕ ਇਹ ਦੇਖਿਆ ਜਾਏ ਕਿ ਸਟੂਡੈਂਟ ਜੋ ਹੁੰਦਾ ਉਹਨੂੰ ਇੱਕ ਮੇਨਟੇਨੈਂਸ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਜੋ ਜਾਂ 9 ਲੱਖ ਜਾਂ 11 ਲੱਖ ਦਾ ਮੇਨਟੇਨੈਂਸ ਖੁਦ ਦਿਖਾ ਕੇ ਨਾਲ ਲੈ ਕੇ ਆਉਣਾ ਪੈਂਦਾ ਯੂਕੇ ਦੇ ਵਿੱਚ, ਪਰ ਉਹ ਬੱਚਾ ਲੈ ਕੇ ਨਹੀਂ ਆਉਂਦਾ ਹੈਗਾ, ਬਿਕੋਜ਼ ਉਹੀ ਜੋ ਮੇਨਟੇਨੈਂਸ ਆ ਸ਼ਾਇਦ ਏਜੰਟ ਜਾਂ ਫੰਡ ਨਕਲੀ ਦਿਖਾ ਕੇ ਬੱਚਾ ਆ ਰਿਹਾ ਹੈਗਾ। ਸੋ ਅੱਗੇ ਯੂਕੇ 'ਚ ਦੇਖੀਏ ਸਟੂਡੈਂਟਸ ਹੁਣ ਅੱਗੇ ਲੋਕਲ ਗੋਦਰਾ ਸਾਊਥ ਹੋਲ ਦਾ ਜੋ ਗੋਦਰਾ ਸਾਡੇ ਯੂਕੇ 'ਚ ਹੈਗਾ, ਰੋਜ਼ 1800 ਬੱਚਾ ਰੋਜ਼ ਲੰਗਰ ਖਾ ਰਿਹਾ ਹੈਗਾ ਆ। ਇੱਥੇ ਚੈਰਿਟੀਜ਼ ਹੁਣ ਪੰਜਾਬੀ ਮੋੜੇ ਆ ਰਹੇ ਹੈਗੇ ਲੋਕਾਂ ਨੂੰ ਅਕੋਮੋਡੇਸ਼ਨ ਦੇਣ ਵਾਸਤੇ, ਕੰਮਾਂ ਕਰਨ ਵਾਸਤੇ ਵੀ ਸਾਡੇ ਪੰਜਾਬੀ ਬਿਜ਼ਨਸਮੈਨ ਹੈਗੇ ਉਹ ਵੀ ਮੋੜੇ ਆ ਰਹੇ ਹੈਗੇ ਲੋਕਾਂ ਨੂੰ ਹੈਲਪ ਕਰਨ ਵਾਸਤੇ। ਤਾਂ ਹਲੇ ਕਿ ਦੇਖਿਆ ਜਾਏ ਯੂਕੇ ਚਾਹੁੰਦੀ ਹੈ ਕਿ ਅਗਲੇ ਤਕਰੀਬਨ 10 ਸਾਲਾਂ ਦੇ ਵਿੱਚ 6 ਲੱਖ ਸਟੂਡੈਂਟ ਇੱਥੇ ਯੂਕੇ ਆਵੇ, ਇੱਥੇ ਆ ਕੇ ਪੜ੍ਹੇ, ਇੱਥੇ ਦੀ ਇਕੋਨਮੀ ਵਿੱਚ ਅਸਿਸਟ ਕਰੇ, ਬਿਕਾਜ਼ ਯੂਕੇ ਦੀ ਟਿਊਸ਼ਨ ਫੀਸ ਔਰ ਯੂਕੇ ਦੀ ਕਮਾਈ ਹੈਗੀ ਹੈ ਕਿ ਬਿਲੀਅਨ ਪਾਉਂਡ ਇੰਡਸਟਰੀ ਹੈ। ਠੀਕ ਹੈ, ਸੋ ਦਿੱਕਤ ਪੈ ਰਹੀ ਹੈਗੀ ਹੈ ਕਰੋਨਾ ਵਾਇਰਸ, ਤਾਂ ਸ਼ਾਇਦ ਕਰੋਨਾ ਵਾਇਰਸ ਇੱਕ ਮੈਂ ਇਹ ਵੀ ਕਹੂੰਗਾ ਇਹ ਚੀਜ਼ ਨੂੰ ਹਾਈਲਾਈਟ ਵੀ ਕਰ ਚੁੱਕੀ ਹੈਗੀ, ਜਿਹੜੀ ਪੰਜਾਬੀ ਆ ਰਹੀ ਹੈਗੀ ਆ ਉਹਨੂੰ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈਗਾ, ਤਾਂ ਕਿਸੇ ਮੈਂ ਕਹੂੰਗਾ ਬਗਾਨੇ ਮੁਲਕ ਜਾਣ ਵਾਸਤੇ, ਸਪੈਸ਼ਲੀ ਸਾਡੀ ਜੋ ਭੈਣਾਂ ਸਾਡੀਆਂ ਧੀਆਂ ਜੋ ਜਾ ਰਹੀਆਂ ਹੈਗੀਆਂ ਜਿਹਨਾਂ ਕੋਲ ਕੋਈ ਰਿਲੇਟਿਵਸ ਨਹੀਂ ਹੁੰਦੇ, ਜਿੱਥੇ ਬਗਾਨੇ ਮੁਲਕ ਦੇ ਵਿੱਚ ਜਾ ਕੇ ਰਹਿਣਾ ਹੁੰਦਾ ਕਿਸੇ ਪਰਾਏ ਦੇ ਘਰ ਦੇ ਵਿੱਚ, ਉਹਨੂੰ ਕੀ ਦਿੱਕਤ ਪੈ ਰਹੀ ਹੈਗੀ ਆ, ਬਿਕਾਜ਼ ਇਹੀ ਸਮਾਂ ਆਪਾਂ ਤਕਰੀਬਨ 10 ਸਾਲ ਪਿੱਛੇ ਵੀ ਦੇਖਿਆ ਸੀ ਜਿਹਦੇ ਵਿੱਚ ਕਾਫੀ ਬੱਚਿਆਂ ਨੂੰ ਦਿੱਕਤ ਪੈ ਰਹੀ ਸੀ। ਤਾਂ ਮੈਨੂੰ ਅੱਜ ਦੇ ਵਕਤ ਸ਼ਾਇਦ ਇਹੀ ਡਰ ਹੈਗਾ ਉਹ ਪੰਜਾਬੀ ਨੂੰ ਸ਼ਾਇਦ ਸਾਨੂੰ ਉਹ ਦਿੱਕਤ ਨਾ ਪਈ ਜੋ 10 ਸਾਲ ਪਿੱਛੇ ਪਈ ਸੀ। ਇਫ ਐਨੀਥਿੰਗ ਵੀ ਸ਼ੁਡ ਲਰਨ ਫਰਮ ਹਿਸਟਰੀ, ਤਾਂ ਉਹਦੇ ਦੇ ਕਿ ਪੰਜਾਬੀਆਂ ਤਰੱਕੀ ਕਰਨ ਜੋਗੇ ਹੋਏ। ਠੀਕ ਹੈ ਉਪਲ ਸਾਹਿਬ, ਪੁੱਛਾਂਗੇ ਤੁਹਾਡੇ ਤੋਂ ਹੀ ਜਾਣਾਂਗੇ ਥੋੜਾ ਜਿਹਾ ਕਿ ਕੀ ਕੁਝ ਰਿਆਇਤਾਂ ਕਰੇਗੀ ਇੱਥੋਂ ਦੀ ਗਵਰਨਮੈਂਟ, ਕਿਉਂਕਿ ਇਸੇ ਦੇ ਹਿਸਾਬ ਦੇ ਨਾਲ ਸ਼ਾਇਦ ਸਟੂਡੈਂਟ ਚਾਹਣਗੇ ਵੀ ਅਸੀਂ ਜਾਈਏ। ਸਾਡੇ ਨਾਲ ਜਗਜੀਤ ਜੀ ਵੀ ਮੌਜੂਦ ਨੇ ਜੋ ਕਿ ਨਿਊਜ਼ੀਲੈਂਡ ਦੇ ਬਾਰੇ ਸਾਨੂੰ ਬਿਹਤਰੀ ਦੇ ਨਾਲ ਦੱਸ ਸਕਦੇ ਨੇ। ਅਗਰ ਮੈਂ ਕੰਪੇਅਰ ਕਰਾਂ ਅਮਰੀਕਾ ਜਾਂ ਕੈਨੇਡਾ ਦੇ ਨਾਲ, ਤਾਂ ਸੁਭਾਵਿਕ ਅਸੀਂ ਸਭ ਜਾਣਦੇ ਹਾਂ ਕਿ ਨਿਊਜ਼ੀਲੈਂਡ ਦੇ ਲਈ ਬੱਚਾ ਪਹਿਲਾਂ ਪ੍ਰਾਇੋਰਟੀ ਨਹੀਂ ਦੇ ਰਿਹਾ ਸੀਗਾ ਹੁਣ ਤੱਕ, ਪਰ ਹੁਣ ਅਗਰ ਮੁਕਾਬਲੇ ਵਜੋਂ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਅੰਕੜਾ ਜੇਕਰ ਗੱਲ ਕਰਾਂ ਤਾਂ ਮੈਂ ਸਭ ਤੋਂ ਇਸ ਵੇਲੇ ਜਿੰਨੇ ਵੀ ਅਸੀਂ ਵੱਖ-ਵੱਖ ਕੰਟਰੀਜ਼ ਚੂਜ਼ ਕੀਤੀਆਂ ਤਾਂ 1504 ਕੋਈ ਮਾਮਲਾ ਜ਼ਿਆਦਾ ਨਹੀਂ ਹੁੰਦਾ। ਸੋ ਕਾਫੀ ਕਰੋਨਾ ਇੱਕ ਕੰਟਰੋਲ ਕੀਤਾ ਗਿਆ ਇੱਥੇ ਕੰਟਰੀ ਦੇ ਵਿੱਚ। ਤੇ ਹੁਣ ਦੀ ਗੱਲ ਕਰੀਏ ਤਾਂ ਕੀ ਨਜ਼ਰ ਆ ਰਿਹਾ ਅਗਰ ਸਟੂਡੈਂਟਸ ਦੀ ਗੱਲ ਕਰਦੇ ਆ ਤਾਂ ਜਗਜੀਤ ਜੀ? ਜਿਵੇਂ ਮੇਰੇ ਫਰੈਂਡ ਨੇ ਗੁਰਪਾਲ ਜੀ ਨੇ ਯੂਕੇ ਦਾ ਸਿਚੁਏਸ਼ਨ ਦੱਸੀ ਆ, ਮੈਂ ਐਗਰੀ ਕਰਦਾ, ਯੂਕੇ ਨੇ ਜਿਹੜੀ ਫਲੈਕਸੀਬਿਲਿਟੀ ਦਿਖਾਈ ਸੀ ਉਹ ਸਾਰਾ ਬੈਕਫਾਇਰ ਕਰ ਰਿਹਾ, ਜਿਹੜੇ ਸਟੂਡੈਂਟ ਉੱਥੇ ਜਾ ਕੇ ਇਕੱਠੇ ਹੋ ਗਏ ਨੇ ਉਹ ਸਟਰਗਲ ਕਰ ਰਹੇ ਨੇ। ਹੁਣ ਕਮਿੰਗ ਬੈਕ ਟੂ ਨਿਊਜ਼ੀਲੈਂਡ, ਨਿਊਜ਼ੀਲੈਂਡ ਦੀ ਹਮੇਸ਼ਾ ਇੱਕ ਕੰਸਿਸਟੈਂਟ ਵੀਜ਼ਾ ਪਾਲਿਸੀ ਰਹੀ ਹੈ, ਉਹਨਾਂ ਨੇ ਕਦੀ ਵੀ ਨਾ ਰਿਲੈਕਸੇਸ਼ਨ ਦਿੱਤੀ ਹੈ, ਨਾ ਹੀ ਕਦੀ ਇਹੋ ਜਿਹੇ ਕੋਈ ਵਿਦਆਊਟ ਆਈਲ ਸਟੂਡੈਂਟ, ਹਾਂ ਇੱਕ ਵਾਰੀ ਹੋਇਆ ਸੀ ਬਹੁਤ ਸਾਲ ਪਹਿਲੇ, but they have learned their lessons actually. So New Zealand ਦੀ ਜਿਹੜੀ ਵੀਜ਼ਾ ਪਾਲਿਸੀ ਬੜੀ ਸਟ੍ਰਿਕਟ ਆ, ਇੰਟਰਵਿਊਜ਼ ਕੰਪਲਸਰੀ ਹੁੰਦੇ ਨੇ ਆਲਮੋਸਟ 99% ਕੇਸਿਸ ਤੇ, ਫੰਡ ਦੀ ਰਿਕੁਆਇਰਮੈਂਟ ਹੁੰਦੀ ਹੈ। ਜਿਵੇਂ ਗੁਰਪਾਲ ਜੀ ਨੇ ਹੋਰ ਇੱਕ ਯੂਕੇ ਦੀ ਸਿਚੁਏਸ਼ਨ ਦੱਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੱਚੇ ਉੱਥੇ ਯੂਕੇ 'ਚ ਸਟਰਗਲ ਕਰ ਰਹੇ ਨੇ ਇਨ ਟਰਮਸ ਆਫ ਮੇਨਟੇਨੈਂਸ। ਤਾਂ ਨਿਊਜ਼ੀਲੈਂਡ ਨੇ ਬਹੁਤ ਪਹਿਲਾਂ 10 ਸਾਲ ਪਹਿਲਾਂ ਇਹ ਸਟ੍ਰੈਟਜੀ ਕਰ ਲਈ ਸੀ ਕਿ 99% ਆਫ ਦਾ ਸਟੂਡੈਂਟ ਨੂੰ ਜਿਹੜਾ ਹੈ FTS ਆਪਸ਼ਨ ਦਿੰਦੇ ਸੀ, ਜਿਹਦੇ ਵਿੱਚ ਕਿ ਉਹਨਾਂ ਨੂੰ ਜਿਹੜਾ ਹੈ ਉੱਥੇ ANZ ਬੈਂਕ ਤੇ ਅਕਾਊਂਟ ਖੋਲ੍ਹਣਾ ਪੈਂਦਾ ਸੀ ਔਰ ਉਹਦੇ ਕੋਲ ਲਿਵਿੰਗ ਐਕਸਪੈਂਸ ਹੁੰਦਾ ਸੀ। ਦੂਸਰੀ ਚੀਜ਼ ਮੈਂ ਆਵਾਂ ਜਗਜੀਤ ਸਿੰਘ ਜੀ, 1 ਮਿੰਟ ਲਈ ਤੁਹਾਡੇ ਤੋਂ ਮਾਫੀ ਚਾਹਾਂਗੀ, ਵਾਪਸ ਆਉਣੀ ਆ ਤੁਹਾਡੇ ਕੋਲ। ਇੱਕ ਵਾਰ ਅੰਕੜਾ ਅਸੀਂ ਦਰਸ਼ਕਾਂ ਨੂੰ ਵਿਖਾ ਦਈਏ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਨਿਊਜ਼ੀਲੈਂਡ ਦੇ ਵਿੱਚ ਅਗਰ ਗੱਲ ਕਰੀਏ 1504 ਜਿਹੜੇ ਨੇ ਉਹ ਕੁੱਲ ਅੰਕੜਾ, 22 ਮੌਤਾਂ ਹੋ ਚੁੱਕੀਆਂ ਨੇ। ਸੋ ਨਿਊਜ਼ੀਲੈਂਡ ਦੀ ਖਾਸ ਤੌਰ ਤੇ ਗੱਲ ਕਰ ਰਹੇ ਹਾਂ। ਜਗਜੀਤ ਜੀ ਵਾਪਸ ਆਵਾਂਗੀ ਤੁਹਾਡੇ ਕੋਲ,
ਖਾਸ ਤੌਰ ਤੇ ਅੰਕੜਾ ਇੱਕ ਵਾਰ ਜਿਹੜਾ ਦੇਖਣਾ ਜ਼ਰੂਰੀ ਸੀਗਾ। ਸੋ ਕੀ ਕੁਝ ਕਹਿ ਰਹੇ ਸੀ ਤੁਸੀਂ, ਅਗਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ, ਵਾਕਈ ਇਹੀ ਸਭ ਦੇ ਹੁਣ ਤੱਕ ਜਿੰਨੀ ਕਿ ਲੋਕਾਂ ਨੂੰ ਜਾਣਕਾਰੀ ਵੀ ਹੈਗੀ ਹੈ ਤੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਵੀ ਹੈ, ਇੱਕ ਇਮੇਜ ਬਣੀ ਹੋਈ ਹੈ ਨਿਊਜ਼ੀਲੈਂਡ ਦੀ ਕਿ ਪੈਸਾ ਜ਼ਿਆਦਾ ਲੱਗਦਾ ਹੈ ਪਰ ਉਨੀ ਮੋਟੀ ਕਮਾਈ ਨਹੀਂ ਹੁੰਦੀ ਸੀਗੀ। ਪਰ ਹੁਣ ਦੀ ਗੱਲ ਕਰਾਂਗੇ ਤਾਂ ਜ਼ਿਆਦਾ ਪ੍ਰਾਇੋਰਟੀ ਜਿਹੜੇ ਨੇ ਉਹ ਸ਼ਾਇਦ ਹੁਣ ਸਟੂਡੈਂਟਸ ਦੇਣਗੇ, ਕਿਉਂਕਿ ਇੱਕ ਤਾਂ ਕੋਰੋਨਾ ਨੇ ਕਾਫੀ ਕੰਟਰੋਲ ਉੱਥੇ ਕੀਤਾ ਹੋਇਆ, ਕੋਰੋਨਾ ਨੂੰ ਉੱਥੇ ਦੀ ਗਵਰਨਮੈਂਟ ਨੇ। ਸੋ ਇਸ ਦਾ ਪਹਿਲਾਂ ਇੱਕ ਤਾਂ ਕਾਰਨ ਜਾਣਾਂਗੇ ਔਰ ਖਾਸ ਤੌਰ ਤੇ ਅੱਗੇ ਦੀ ਪੋਸਿਬਿਲਿਟੀ ਕੀ ਹੋਏਗੀ। ਮੈਂ ਅੱਜ ਦਾ ਮਾਰਨਿੰਗ ਦਾ ਜਿਹੜਾ ਹੈ ਅਪਡੇਟ ਮੈਂ ਤੁਹਾਨੂੰ ਦੇਣਾ ਚਾਹਾਂਗਾ ਨਿਊਜ਼ੀਲੈਂਡ ਦਾ। ਹਾਂਜੀ, ਅੱਜ ਦੇ ਜਿਹੜੇ ਐਕਟਿਵ ਕੇਸਿਸ ਨੇ ਕੋਰੋਨਾ ਦੇ, ਐਕਟਿਵ ਕੇਸਿਸ ਆ ਉਹ ਇੱਕੋ ਹੀ ਆ, ਠੀਕ ਹੈ। ਅੱਛਾ, ਇੱਕੋ ਹੀ ਐਕਟਿਵ ਕੇਸ ਆ ਕੋਰੋਨਾ ਦੇ ਉਹਦੇ ਵਿੱਚ, ਔਰ 0 ਕੇਸਿਸ ਰਿਪੋਰਟ ਹੋ ਰਹੇ ਨੇ ਪਿਛਲੇ 10 ਦਿਨ ਤੋਂ। 0 ਕੇਸਿਸ ਜੀ, ਠੀਕ ਹੈ। ਦੂਸਰੀ ਜਿਹੜੀ ਇਨ ਟਰਮਸ ਆਫ ਸਪੋਰਟ ਜਿਹੜਾ ਉੱਥੇ, ਜਾਂ ਤੁਸੀਂ ਜਿਵੇਂ ਕਿਹਾ ਕਿ ਪੋਜ਼ਿਟਿਵਿਟੀ ਜ਼ਿਆਦਾ ਆ ਗਈ ਹੈ, ਬੱਚਾ ਅੱਜ ਨਿਊਜ਼ੀਲੈਂਡ ਵਾਸਤੇ ਇੰਟਰਸਟਿਡ ਹੈਗਾ, ਪੈਰੈਂਟਸ ਚਾਹੁੰਦੇ ਨੇ ਕਿ ਸੇਫ ਕੰਟਰੀ ਤੇ ਬੱਚਾ ਉੱਥੇ ਜਾਏ, ਜਿਹਦੇ ਚ ਜਿਹੜੀ ਹੈਲਥ ਕੇਅਰ ਆ ਉਹ ਕਾਫੀ ਡਿਵੈਲਪਡ। ਮੈਂ ਇਹ ਨਹੀਂ ਕਹਿ ਰਿਹਾ ਕਿ ਹੈਲਥ ਕੇਅਰ ਬਾਕੀ ਕੰਟਰੀਆਂ 'ਚ ਡਿਵੈਲਪ ਨਹੀਂ ਹੈ। ਇਨ ਟਰਮਸ ਆਫ ਕੋਰੋਨਾ ਦਾ ਜਿਹੜਾ COVID-19 ਦੀ ਜਿਹੜੀ ਕੰਟਰੋਲ ਉਹਨਾਂ ਨੇ ਜੀ, ਠੀਕ ਹੈ। ਆਨੇ ਅਜਗਜੀਤ ਜੀ ਤੁਹਾਡੇ ਕੋਲ, ਸੋ ਮਸਲਾ ਬਹੁਤ ਹੀ ਇੱਥੇ ਗੰਭੀਰ ਉਦੋਂ ਹੋ ਜਾਂਦਾ ਹੈ ਜਦੋਂ ਜਿਹੜੇ ਸਟੂਡੈਂਟਸ ਗਏ ਹੋਏ ਨੇ, ਖਾਸ ਤੌਰ ਤੇ ਕਿਉਂਕਿ ਅਗਰ ਗੱਲ ਕਰੀਏ ਇੱਕ ਵੱਡਾ ਅੰਕੜਾ ਵਾਪਸ ਵੀ ਆਇਆ ਹੈ, ਉਹਨਾਂ ਨੂੰ ਵੀ ਨਾ ਭੁੱਲੀਏ ਜਿਹੜੇ ਨੌਜਵਾਨ ਆਏ ਨੇ ਵਾਪਸ, ਜਾਂ ਜਿਹੜੇ ਸਟੂਡੈਂਟਸ ਆਏ ਨੇ, ਜਾਂ ਉੱਥੇ ਕੋਈ ਵੀ ਹੋਰ ਕਿਸੇ ਵੀ, ਜੇ ਮੰਨ ਲਓ ਟੂਰਿਸਟ ਵੀਜ਼ਾ ਤੇ ਗਏ ਹੋਏ ਸੀ ਉਹ ਵੀ ਵਾਪਸ ਆਏ ਨੇ, ਜਿਹੜੇ ਪੰਜਾਬੀ ਭਾਰਤੀ ਵਾਪਸ ਆਏ ਨੇ। ਪਰ ਹੁਣ ਅਗਰ ਅੱਗੇ ਦੀ ਪੋਸਿਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਇੱਕ ਨਜ਼ਰ ਆ ਰਹੀ ਹੈ, ਅਗਰ ਆਸ਼ਾ ਦੀ ਕਿਰਨ ਦੀ ਮੈਂ ਗੱਲ ਕਰਾਂ, ਜਿਸ ਤਰ੍ਹਾਂ ਦੇ ਨਾਲ ਇੱਕ ਹੀ ਐਕਟਿਵ ਕੇਸ ਹੈ ਸਿਰਫ ਨਿਊਜ਼ੀਲੈਂਡ ਦੇ ਵਿੱਚ, ਅਗਰ ਅੱਜ ਦੀ ਅਪਡੇਟ ਦੀ ਗੱਲ ਕਰੀਏ, ਔਰ ਪਿਛਲੇ 10 ਦਿਨ ਤੋਂ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਸੋ ਨਿਊਜ਼ੀਲੈਂਡ ਦੀ ਸਥਿਤੀ ਬਹੁਤ ਬਿਹਤਰ ਹੈਗੀ ਹੈ। ਇੱਥੋਂ ਦੇ ਹੈਲਥ ਸਿਸਟਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੰਟਰੋਲ ਕੀਤਾ ਕਿਹਾ ਜਾ ਰਿਹਾ। ਇਸ ਤੋਂ ਇਲਾਵਾ ਕਾਫੀ ਜ਼ਿਆਦਾ ਅਗਰ ਹਾਲਾਤਾਂ ਦੀ ਗੱਲ ਕਰਦੇ ਹਾਂ ਤਾਂ ਬਿਹਤਰੀ ਨਜ਼ਰ ਆ ਰਹੀ ਹੈ। ਪਰ ਉਹੀ ਸਾਰਾ ਮਸਲਾ ਫਿਰ ਤੋਂ ਖੜਾ ਹੋ ਜਾਂਦਾ ਹੈ ਕਿ ਹੁਣ ਗਵਰਨਮੈਂਟ ਜਿਹੜੀ ਹੈ ਉਹ ਕਿਹੜੀ ਕੰਟਰੀ ਦੀ ਕੁਝ ਸੌਫਟ ਹੋਏਗੀ। ਪਾਲਿਸੀਜ਼ ਜੈਫਰ ਉਹਨਾਂ ਦੀ ਗੱਲ ਕਰੀਏ, ਜਿਹੜੀਆਂ ਉਹਨਾਂ ਨੇ ਇੱਕ ਰੈਸਟ੍ਰਿਕਸ਼ਨਸ ਰੱਖੀਆਂ ਹੁੰਦੀਆਂ ਨੇ, ਬੇਸ਼ੱਕ ਉਹ ਫੰਡਸ ਨੂੰ ਲੈ ਕੇ ਆ ਕਿ ਇੰਨਾ ਪੈਸਾ ਹੀ ਜ਼ਰੂਰੀ ਹੈਗਾ ਤੁਹਾਡੇ ਅਕਾਊਂਟ 'ਚ ਤਾਂ ਹੀ ਉਹ ਤੁਹਾਡਾ ਵੀਜ਼ਾ ਲੱਗ ਸਕਦੇ ਆ, ਜਾਂ ਫਿਰ ਆਇਲਟਸ ਦੀ ਗੱਲ ਕਰੀਏ ਤਾਂ ਉਹ ਇੰਨੇ ਬੈਂਡ ਜਿਹੜੇ ਨੇ ਉਹ ਜ਼ਰੂਰੀ ਨੇ, ਉਹਨਾਂ 'ਚ ਘਟਾਅ ਹੋ ਸਕਦਾ ਹੈ ਕਿ ਜੇਕਰ 5.5 ਸੀਗੇ ਤਾਂ 5 ਹੋ ਸਕਦੇ ਨੇ, 6.5 ਸੀਗੇ ਤਾਂ 6 ਹੋ ਸਕਦੇ ਨੇ। ਇਹ ਪੋਸਿਬਿਲਿਟੀਜ਼ ਕਿੰਨੀਆਂ ਕੁ ਨੇ, ਕਿਸ ਤਰ੍ਹਾਂ ਦੇ ਨਾਲ ਇੱਕ ਨਜ਼ਰ ਆਏਗਾ। ਖਾਸ ਤੌਰ ਤੇ ਸਵਾਲ ਇਹ ਵੀ ਹੁੰਦਾ ਹੈ ਜਦੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਗਏ ਹੋਏ ਸੀਗੇ, ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਉੱਥੇ ਕਿਹੜੀ ਕਮਾਈ ਕੀਤੀ ਔਰ ਕਿੰਨਾ, ਉਹਨਾਂ ਨੂੰ ਹੀ ਨਹੀਂ ਪਤਾ ਬਲਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਹੈ ਕਿ ਕਿੰਨੀ ਮੋਟੀ ਰਕਮ ਉਹ ਵਾਪਸ ਇੱਥੇ ਭਾਰਤ ਉਹਨਾਂ ਨੂੰ ਭੇਜਦੇ ਰਹੇ ਨੇ ਹਰ ਮਹੀਨੇ ਜਾਂ ਹਰ 6 ਮਹੀਨੇ ਕਹਿ ਲਈਏ। ਬਹੁਤ ਪੈਸਾ ਜਿਹੜਾ ਹੁਣ ਤੱਕ ਆਇਆ ਹੈ ਭਾਰਤ ਦੇ ਵਿੱਚ ਵੀ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਔਰ ਉਸ ਦਾ ਇੱਕ ਕਹਿ ਸਕਦੇ ਹਾਂ ਫਾਈਨੈਂਸ਼ੀਅਲ ਸਟਰਕਚਰ ਤੇ ਬਹੁਤ ਵੱਡਾ ਅਸਰ ਪਿਆ, ਕਿਉਂਕਿ ਜਦੋਂ ਪੈਸਾ ਆਉਂਦਾ ਹੈ ਤਾਂ ਆਟੋਮੈਟਿਕਲੀ ਉਹ ਖਰਚ ਵੀ ਹੋਏਗਾ ਪੰਜਾਬ ਦੇ ਵਿੱਚ ਹੀ ਹੋਏਗਾ। ਮੰਨ ਲਓ ਜੇ ਪੰਜਾਬੀ ਫੈਮਿਲੀ ਕੋਲ ਆ ਰਿਹਾ, ਇੱਕ ਸਰਕਲ ਚੱਲੇਗਾ, ਕਿਉਂਕਿ ਉਹੀ ਹੈ ਜੇ ਤੁਸੀਂ ਪੈਸਾ ਦੋਗੇ ਤਾਂ ਤੁਹਾਨੂੰ ਚੀਜ਼ ਮਿਲੇਗੀ, ਇੱਕ ਵਪਾਰ ਚੱਲੇਗਾ, ਅਰਥ ਵਿਵਸਥਾ 'ਚ ਸਟਰੋਂਗਨੈਸ ਆਏਗੀ। ਸੋ ਇੱਕ ਵੱਡਾ ਬਜਟ ਜਿਹੜਾ ਹੈ ਉਹ ਇਸ ਕਰਕੇ ਵੀ ਕਾਫੀ ਅਸਰਅੰਦਾਜ਼ ਹੋਇਆ ਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਪੰਜਾਬੀਆਂ ਨੇ ਜਾਣ ਦਾ ਸੋਚਿਆ ਹੈਗਾ ਬਾਹਰ, ਤੇ ਉਹ ਚਾਹਵਾਨ ਵੀ ਹੋਏ ਨੇ ਔਰ ਉਹਨਾਂ ਨੇ ਉੱਥੇ ਬਹੁਤ ਮੱਲਾਂ ਵੀ ਮਾਰੀਆਂ ਨੇ, ਆਪਣਾ ਨਾਮ ਵੀ ਰੋਸ਼ਨ ਕੀਤਾ ਔਰ ਇੱਕ ਨਾਮ ਵੀ ਬਣਾਇਆ। ਪਰ ਹੁਣ ਸਥਿਤੀ ਜਿਹੜੀ ਹੈ ਕੁਝ ਵੱਖਰੀ ਨਜ਼ਰ ਆ ਰਹੀ ਹੈ। ਹੁਣ ਸਥਿਤੀ ਕੁਝ ਵੱਖਰੀ ਹੈਗੀ ਹੈ ਜਿਸ ਤਰ੍ਹਾਂ ਦੇ ਫਿਲਹਾਲ ਹਾਲਾਤ ਨੇ, ਔਰ ਉਸੇ ਦੇ ਮੁਤਾਬਿਕ ਅਸੀਂ ਥੋੜੀ ਜਾਣਕਾਰੀ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਵੀ ਦੇ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਹਾਲਾਤ ਨੇ। ਯੂਕੇ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਦਾ ਅੰਕੜਾ ਤੁਸੀਂ ਵੇਖ ਪਾ ਰਹੇ ਹੋ, ਖੁਆਖੂਬੀ ਔਰ ਮੌਤਾਂ ਵੀ ਕਾਫੀ ਹੋਈਆਂ ਨੇ। ਇਟਲੀ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੈਗਾ ਹੁਣ ਤੱਕ ਅਗਰ ਗੱਲ ਕਰੀਏ ਤਾਂ। ਔਰ ਜਰਮਨੀ ਦੀ ਗੱਲ ਕਰਦੇ ਹਾਂ, ਇੱਥੇ ਵੀ 1,82,000 ਕੁੱਲ ਅੰਕੜਾ ਹੁਣ ਤੱਕ, 8,548 ਲੋਕਾਂ ਦੀ ਜਿਹੜੀ ਮੌਤ ਹੈ ਹੋ ਚੁੱਕੀ ਹੈ। ਕੈਨੇਡਾ ਦੀ ਗੱਲ ਕਰਦੇ ਹਾਂ 87,902 ਕੁੱਲ ਅੰਕੜਾ ਹੈਗਾ, 6,799 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋ ਇਹ ਵੀ ਵੱਡਾ ਮਸਲਾ ਹੈ। ਅਗਰ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਇੱਥੇ ਖੈਰ ਭਾਰਤ ਦੇ ਨਾਲੋਂ ਤਾਂ ਘੱਟ ਅੰਕੜਾ ਹੀ ਹੈ, ਪਰ ਅੱਗੇ ਕਿੰਨੇ ਚਾਹਵਾਨ ਹੋਣਗੇ ਲੋਕ ਜਾਣ ਦੇ ਲਈ, ਇਹ ਸਵਾਲ ਵੱਡਾ ਹੈ। ਸੋ ਫਿਲਹਾਲ ਮਸਲਾ ਹੀ ਹੈਗਾ ਗੰਭੀਰ, ਔਰ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਵੇਖ ਪਾ ਰਹੇ ਹਾਂ ਅਸੀਂ ਅੱਗੇ ਪੰਜਾਬੀ ਆਪਣਾ ਭਵਿੱਖ।
ਕਿਉਂਕਿ ਇੱਕ ਸੋਚ ਬਣ ਚੁੱਕੀ ਹੈ ਜਿਹੜੀ ਕਿ ਹੁਣ ਤਾਂ ਘੱਟੋ ਘੱਟ 2 ਸਾਲ ਮੰਨ ਕੇ ਚੱਲੋ ਤੁਸੀਂ ਕਿ ਕੁਝ ਨਹੀਂ ਹੋਏਗਾ, ਪਰ ਅਜਿਹਾ ਨਹੀਂ ਲੱਗ ਰਿਹਾ। ਗੱਲ ਕਰਦੇ ਹਾਂ ਤਾਂ ਬਹੁਤ ਅਜਿਹੀਆਂ ਕੰਟਰੀਜ਼ ਨੇ ਜਿਵੇਂ ਨਿਊਜ਼ੀਲੈਂਡ ਹੋ ਗਈ, ਆਸਟ੍ਰੇਲੀਆ ਹੋ ਗਈ। ਆਸਟ੍ਰੇਲੀਆ ਦੇ ਵਿੱਚ ਵੀ ਸਿਰਫ 7150 ਹੁਣ ਤੱਕ ਮਰੀਜ਼ ਆਇਆ ਹੈ। ਹਾਲਾਂਕਿ ਇਹ ਵੀ ਜਾਣਕਾਰੀ ਲਵਾਂਗੇ ਕਿ ਕਿੰਨੇ ਐਕਟਿਵ ਨੇ ਹੁਣ, ਪਰ ਫਿਲਹਾਲ ਅਗਰ ਬਿਹਤਰੀ ਦੀ ਗੱਲ ਕਰੀਏ ਤਾਂ ਬਹੁਤ ਬਿਹਤਰ ਸਥਿਤੀ ਹੈਗੀ ਹੈ ਇਸ ਵੇਲੇ ਆਸਟ੍ਰੇਲੀਆ ਦੀ। ਸੋ ਵੱਡਾ ਮਸਲਾ ਅਗਰ ਗੱਲ ਕਰਦੇ ਹਾਂ ਤਾਂ ਵੱਖੋ-ਵੱਖ ਕੰਟਰੀਜ਼ ਦਾ। ਸੋ ਵੱਖੋ-ਵੱਖ ਦੇਸ਼ਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਵਿਖਾ ਪਾ ਰਹੇ ਹਾਂ। ਕੈਨੇਡਾ ਦੀ ਗੱਲ ਕਰਦੇ ਹਾਂ, ਇੱਥੇ ਕਾਫੀ ਪੰਜਾਬੀ, ਵੱਡੀ ਤਾਦਾਦ ਮੈਨੂੰ ਪੰਜਾਬੀ ਕਿਹਾ ਜਾਂਦਾ ਹੈ, ਇਹਨੂੰ ਮਿਨੀ ਪੰਜਾਬ। ਸੋ ਇੱਥੇ ਆંકੜਾ ਜਿਹੜਾ ਹੈਗਾ ਕਾਫੀ ਹੈ। ਇਸ ਤੋਂ ਇਲਾਵਾ ਅਗਰ ਇਟਲੀ ਦੀ ਗੱਲ ਕਰੀਏ ਕਾਫੀ ਹੈ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਪ੍ਰਭਾਵਿਤ ਦੇਸ਼ ਜਿਹੜਾ ਮੰਨਿਆ ਜਾ ਰਿਹਾ ਹੈ US ਹੈ। UK ਦੇ ਵਿੱਚ ਵੀ ਕਾਫੀ ਹੈਗਾ ਇਸ ਵੇਲੇ, ਔਰ ਇੱਥੋਂ ਦੇ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਨੇ ਉਹ ਵੀ ਜੁੜੇ ਹੋਏ ਸੀਗੇ। ਉਹ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਪੰਜਾਬੀ ਲੰਗਰ ਹਾਲ ਦੇ ਵਿੱਚ ਲੰਗਰ ਛਕ ਰਹੇ ਨੇ। ਯਾਨੀ ਕਿ ਘੱਟੋ ਘੱਟ ਇਹ ਤਾਂ ਨਹੀਂ ਹੈ ਕਿ ਕੋਈ ਭੁੱਖਾ ਰਹਿ ਰਿਹਾ, ਆਪਣਾ ਜੀਵਨ ਬਸਰ ਜ਼ਰੂਰ ਕਰ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਲੋਕਡਾਊਨ ਲੱਗਾ ਹੋਇਆ ਹੈ। ਔਰ ਕਾਫੀ ਜ਼ਿਆਦਾ ਇੱਥੇ ਤਾਂ ਗੱਲ ਕਰੀਏ ਤਾਂ ਅਸਰ ਨਜ਼ਰ ਆ ਰਿਹਾ ਹੈ। ਸੋ ਸਿੰਗਾਪੁਰ, ਜਾਪਾਨ, ਆਸਟ੍ਰੇਲੀਆ, ਗ੍ਰੀਸ, ਨਿਊਜ਼ੀਲੈਂਡ, ਇਹ ਵੱਖੋ-ਵੱਖ ਜਿਹੜੇ ਤੁਹਾਨੂੰ ਦੇਸ਼ਾਂ ਦਾ ਹਾਲ ਵਿਖਾ ਰਹੇ ਹਾਂ। ਹਾਲੇ ਕੋਰੋਨਾ ਕੀ ਹੈ। ਸੋ ਮਸਲਾ ਗੰਭੀਰ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਔਰ ਇਸ ਨੂੰ ਅਸੀਂ ਵੇਖਣਾ ਹੈਗਾ ਕਿ ਹੁਣ ਕੀ ਪੋਸੀਬਿਲਿਟੀ ਹੋ ਸਕਦੀ ਹੈ। ਖਾਸ ਚਰਚਾ ਇਸ ਲਈ ਹੀ ਤੁਹਾਡੇ ਨਾਲ ਜਿਹੜੀ ਹੈ ਉਹ ਕਰਨੀ ਚਾਹੀਏ ਸਾਂਝੀ, ਤਾਂ ਕਿ ਪਤਾ ਲੱਗ ਸਕੇ ਅਸਲ ਹਾਲਾਤ ਕੀ ਨੇ। ਤਾਈਓ ਇਸ ਕਰਕੇ ਖਾਸ ਜਿਹੜੇ ਮਹਿਮਾਨ ਨੇ ਤੁਹਾਡੇ ਰੂਬਰੂ ਕੀਤੇ ਨੇ। ਸੋ ਸਾਡੇ ਨਾਲ ਇੱਕ ਹੋਰ ਖਾਸ ਮਹਿਮਾਨ ਵੀ ਮੌਜੂਦ ਨੇ, ਨਵਨੀਤ ਜੀ, ਜਿਹੜੇ ਨੇ ਕੈਨੇਡਾ ਤੋਂ ਸਾਨੂੰ ਜਾਣਕਾਰੀ ਦੇਣਗੇ ਕੈਨੇਡਾ ਦੇ ਬਾਬਤ ਕਿ ਕੁਝ ਹਾਲਾਤ ਨੇ। ਅਗਰ ਉੱਥੇ ਦੇ ਅੰਕੜੇ ਦੀ ਗੱਲ ਕਰੀਏ ਤਾਂ ਉੱਥੇ ਵੀ ਕਾਫੀ ਜ਼ਿਆਦਾ ਇੱਥੇ ਫੈਲਾਅ ਹੈਗਾ। ਸੋ ਜਗਜੀਤ ਜੀ ਤੋਂ ਪਹਿਲਾਂ ਮੈਂ ਸਵਾਲ ਲਿੱਤਾ ਸੀ, ਪਰ ਹੁਣ ਮੈਂ ਪਹਿਲਾਂ ਆਸ਼ੂਤੋਸ਼ ਜੀ ਕੋਲ ਜਾਣਾ ਚਾਹਾਂਗੀ ਤੇ ਉਹਨਾਂ ਨੂੰ ਪੁੱਛਣਾ ਚਾਹਾਂਗੀ, ਅਗਰ ਗੱਲ ਕਰਦੇ ਹਾਂ ਤਾਂ ਫਿਲਹਾਲ ਆਇਲਟਸ ਦੀ ਤਾਂ ਕੀ ਪੋਸੀਬਿਲਿਟੀਜ਼ ਹੈਗੀਆਂ ਨੇ ਜੋ ਇਹ ਲੋਕਡਾਊਨ ਚੱਲ ਰਿਹਾ। ਹਾਲਾਂਕਿ ਇਸ ਵੇਲੇ ਤਾਂ ਗੱਲ ਕਰੀਏ ਤਾਂ ਘਰ ਤੋਂ ਬਾਹਰ ਨਿਕਲਣਾ ਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਕਿਸੇ ਲਈ ਵੀ, ਪਰ ਅਗਰ ਆਲ ਓਵਰ ਇਸ ਨੂੰ ਵੇਖਦੇ ਹਾਂ ਤਾਂ ਕੀ ਕੁਝ ਕਹੋਗੇ? ਮੇਰੀ ਸਜੈਸ਼ਨ ਜਿਹੜੀ ਆਪਣੇ ਸਟੂਡੈਂਟਸ ਨੂੰ ਰਹੇਗੀ ਅੱਜ ਦਾ ਲੋਕਡਾਊਨ ਨੂੰ ਦੇਖ ਕੇ ਜੀ, ਉਹ ਰਹੇਗੀ ਉਹਨਾਂ ਨੂੰ ਇਸ ਟਾਈਮ ਤੋਂ ਆਨਲਾਈਨ ਕੋਰਸਿਸ ਜਾਂ ਪਲੇਟਫਾਰਮ ਬੇਸਡ ਜੋ ਲਰਨਿੰਗ ਹੈ ਉਹਦੇ ਉੱਤੇ ਜਾਣਾ ਚਾਹੀਦਾ ਹੈ। ਪਲੇਟਫਾਰਮ ਬੇਸਡ ਲਰਨਿੰਗ ਜਿਹੜੀ ਹੈ ਉਹ ਆਨਲਾਈਨ ਲਰਨਿੰਗ ਦਾ ਇੱਕ ਅਗਲਾ ਸਟੈਪ ਹੈਗੀ। ਰੀਜ਼ਨ ਬਿਹਾਈਂਡ ਦੈਟ ਇਜ਼ ਕਿ ਜੇਕਰ ਇੱਕ ਸਟੂਡੈਂਟ ਕਿਸੇ ਜਿਹੜੇ ਕੰਟੈਮਿਨੇਟਿਡ ਸਟੂਡੈਂਟ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤੇ ਉਹਨੂੰ ਬਾਈ ਚਾਂਸ ਕੋਰੋਨਾ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਜਾਂਦੀ ਹੈ ਤੇ ਹੋ ਸਕਦਾ ਹੈ ਉਸ ਸਟੂਡੈਂਟ ਲਈ ਬਾਹਰ ਜਾਣਾ ਥੋੜਾ ਜਿਹਾ ਔਖਾ ਹੋ ਜਾਵੇ। ਬਿਕੋਜ਼ ਹਰ ਇੱਕ ਕੰਟਰੀ ਆਉਣ ਵਾਲੇ ਵਕਤ ਦੇ ਵਿੱਚ ਪਹਿਲੇ ਵੀ ਉਹ ਲੋਕ ਤੁਹਾਡਾ ਇਮੀਗ੍ਰੇਸ਼ਨ ਤੋਂ ਪਹਿਲੇ ਜਾਂ ਵੀਜ਼ਾ ਤੋਂ ਪਹਿਲੇ ਤੁਹਾਡਾ ਮੈਡੀਕਲ ਲੈਂਦੇ ਆ ਤੇ ਟਾਈਮ ਦੇ ਵਿੱਚ ਉਹ ਮੈਡੀਕਲ ਦੇ ਵਿੱਚ ਕੋਰੋਨਾ ਦੇ ਵੀ ਜਿਹੜੇ ਸਿੰਪਟਮਸ ਨੇ ਉਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਮੇਰਾ ਆਪਣੇ ਸਟੂਡੈਂਟ ਤੋਂ ਨੂੰ ਇਹੀ ਸੁਝਾਅ ਰਹੇਗਾ ਕਿ ਇੱਕ ਆਪਣੇ ਆਪ ਨੂੰ ਬਚਾ ਕੇ ਰੱਖੋ। ਜਿਨ੍ਹਾਂ ਨੇ +2 ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਜਿਹੜੇ ਬਾਹਰ ਜਾਣ ਲਈ ਇੱਛੁਕ ਨੇ, ਉਹ ਆਪਣੇ ਆਪ ਨੂੰ ਬਚਾ ਕੇ ਰੱਖਣ, ਘਰ ਦੇ ਵਿੱਚ ਰੱਖਣ, ਕਿਸੇ ਵੀ ਤਰ੍ਹਾਂ ਕਿਸੇ ਏਦਾਂ ਦੇ ਬੰਦੇ ਦੇ ਨਾਲ ਸੰਪਰਕ ਦੇ ਵਿੱਚ ਨਾ ਆਉਣ ਜਿਹੜਾ ਕੋਰੋਨਾ ਨਾਲ ਕਿਸੇ ਵੀ ਤਰ੍ਹਾਂ ਇਨਫੈਕਟਡ ਹੈ। ਜਿੰਨਾ ਉਹ ਆਪਣੇ ਆਪ ਨੂੰ ਇਸ ਇਨਫੈਕਸ਼ਨ ਤੋਂ ਦੂਰ ਰੱਖ ਸਕਣਗੇ ਉਹਨਾਂ ਦੇ ਵੀਜ਼ਾ ਮਿਲਣ ਦੇ ਕੱਲ ਚਾਂਸਸ ਵੱਧ ਰਹਿਣਗੇ ਤੇ ਉਹ ਆਨਲਾਈਨ ਸਟੱਡੀਜ਼ ਕਰ ਸਕਦੇ ਨੇ, ਉਹ ਪਲੇਟਫਾਰਮ ਬੇਸਡ ਸਟੱਡੀਜ਼ ਕਰ ਸਕਦੇ ਨੇ। ਤੇ ਆਇਲਸ ਵਾਲੇ ਜਾਂ ਪੀਟੀ ਨੇ ਆਪਣਾ ਐਗਜ਼ਾਮੀਨੇਸ਼ਨ ਸ਼ੁਰੂ ਕਰ ਦਿੱਤੇ ਨੇ। ਆਇਲਸ ਦੇ ਐਗਜ਼ਾਮੀਨੇਸ਼ਨ ਤੇ ਪੀਟੀ ਦੇ ਦੋਨਾਂ ਦੇ ਐਗਜ਼ਾਮੀਨੇਸ਼ਨ ਸ਼ੁਰੂ ਹੋ ਚੁੱਕੇ ਨੇ, ਲੇਕਿਨ ਇਹ ਜਿਹੜੇ ਨੇ ਕੰਪਿਊਟਰ ਡਿਲੀਵਰਡ ਐਗਜ਼ਾਮਸ ਸ਼ੁਰੂ ਹੋਏ ਨੇ, ਪੇਪਰ ਬੇਸਡ ਟੈਸਟ ਸ਼ੁਰੂ ਨਹੀਂ ਹੋਇਆ। ਤੇ ਉਹ ਲੋਕ ਆਨਲਾਈਨ ਸਟੱਡੀਜ਼ ਕਰਦੇ ਨੇ, ਪਲੇਟਫਾਰਮ ਬੇਸਡ ਸਟੱਡੀਜ਼ ਕਰ ਸਕਦੇ ਨੇ ਸਟੂਡੈਂਟਸ ਤੇ ਇਸ ਦੇ ਨਾਲ ਉਹ ਪ੍ਰਿਪੇਅਰ ਕਰ ਸਕਦੇ ਨੇ, ਆਪਣੇ ਆਪ ਨੂੰ ਤਿਆਰ ਕਰ ਸਕਦੇ ਨੇ
ਆਪਣੇ ਪੇਪਰਸ ਤਿਆਰ ਕਰ ਸਕਦੇ ਨੇ, ਜਿਵੇਂ ਕਿ ਮੇਰੇ ਦੋਸਤਾਂ ਨੇ ਦੱਸਿਆ ਕਿ ਅਲੱਗ ਕੰਟਰੀਜ਼ ਆਪਣੀ ਆਪਣੀ ਪਲੈਨਿੰਗਸ ਕਰ ਰਹੀਆਂ ਨੇ, ਤੇ ਅਗਰ ਆਪਣੇ ਸਟੂਡੈਂਟ ਆਪਣੀ ਆਫਰ ਲੈਟਰ ਮੰਗਾ ਕੇ ਆਪਣੀ ਐਡਮਿਸ਼ਨਸ ਪੂਰੀ ਕਰਕੇ ਆਪਣੀ ਚੀਜ਼ਾਂ ਤਿਆਰ ਕਰਕੇ ਰੱਖਦੇ ਨੇ, ਤੇ ਆਮ ਸ਼ੋਰ ਵਿਦ very soon they'll be able to go। ਹੋ ਸਕਦਾ ਹੈ ਉਹਦੇ ਵਿੱਚ 4 ਮਹੀਨੇ ਦਾ ਟਾਈਮ ਲੱਗ ਜੇ, ਲੇਕਿਨ ਐਟਲੀਸਟ ਵਿੱਚ ਦਾ ਟਾਈਮ ਪੋਜ਼ਿਟਿਵਲੀ ਇਸਤੇਮਾਲ ਕਰ ਸਕਦੇ ਨੇ। ਜਿਹੜੇ ਸਟੂਡੈਂਟਸ ਪਲੱਸ 2 ਦੇ ਸਟੂਡੈਂਟਸ ਜਿਹੜੇ ਪਲੱਸ 2 ਦੇ ਸਟੂਡੈਂਟਸ ਨੇ, ਅਦਰਵਾਈਜ਼ ਵੀ ਉਹ ਸੈਪਟੈਂਬਰ ਦੇ ਵਿੱਚ ਹੀ ਜਾਂਦੇ ਸੀ ਜਾਂ ਜਨਵਰੀ ਦੇ ਵਿੱਚ ਹੀ ਜਾਂਦੇ ਸੀ, ਤੇ ਉਹਨਾਂ ਵਾਸਤੇ ਹੋ ਸਕਦਾ ਉਹੀ ਮੈਂ ਪੁੱਛਣਾ ਚਾਹਾਂਗੀ। ਠੀਕ ਹੈ ਆਸ਼ੂਤੋਸ਼ ਜੀ, ਥੋੜਾ ਜਿਹਾ ਜਾਣ ਲੈਂਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਸਤੰਬਰ ਜਾਂ ਜਨਵਰੀ ਤੱਕ ਦਾ, ਕੀ ਉਦੋਂ ਤੱਕ ਸਰਕਮਸਟੈਂਸਸ ਬਣ ਸਕਦੇ ਨੇ। ਨਵਨੀਤ ਜੀ ਵੀ ਸਾਡੇ ਨਾਲ ਮੌਜੂਦ ਨੇ, ਤੁਹਾਡੇ ਤੋਂ ਜਾਣਨਾ ਚਾਹਾਂਗੇ ਹਾਲ ਹੀ ਦੀ ਸਥਿਤੀ ਦੀ ਗੱਲ ਕਰਦੇ ਆ ਤਾਂ ਕੀ ਕੁਝ ਕਹੋਗੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪਹਿਲਾਂ ਤਾਂ LA ਨਿਊਜ਼ ਦਾ ਧੰਨਵਾਦ ਪੈਨਲ ਤੇ ਲੈਣ ਲਈ। ਕੈਨੇਡਾ ਜਿਹੜਾ ਹੈਗਾ ਉਹ ਬਹੁਤ ਸਟ੍ਰੈਟੇਜਿਕਲੀ ਰੀਕੂਪ ਕਰਨ ਦੀ ਪਲੈਨਿੰਗ ਕਰ ਰਿਹਾ ਹੈ। ਰਾਈਟ ਫਰਮ ਆਨਲਾਈਨ ਐਜੂਕੇਸ਼ਨ ਟੂ ਡੈਫਰਮੈਂਟ, ਦੇ ਵਰ ਦਾ ਫਰਸਟ ਹਾਈ ਕਮਿਸ਼ਨ ਜਿਨ੍ਹਾਂ ਨੇ ਪਹਿਲਾਂ ਉਪਰਾਲਾ ਕਰਤਾ ਕਲੀਅਰ ਵੀ ਆਨਲਾਈਨ ਪੜ੍ਹ ਲਓ, ਵੀਲ ਕਾਊਂਟ ਯੂ ਜੀ, ਰਾਈਟ। ਸੋ ਇੱਥੇ ਪੰਜਾਬੀਆਂ ਪੁਰਾਣੀ ਕਹਾਵਤ ਹੈ, ਉਹਦੀ ਨਾ ਕੰਬਲ ਬੰਦੇ ਨੂੰ ਛੱਡੇ ਨਾ ਬੰਦਾ ਕੰਬਲ ਨੂੰ ਛੱਡੇ। ਸੋ ਐਜੂਕੇਸ਼ਨ ਸਿਸਟਮ ਇਕਨੋਮੀ ਦਾ ਇੰਨਾ ਇੰਟੈਗਰਲ ਪਾਰਟ ਬਣ ਚੁੱਕਾ ਉਹਨਾਂ ਮੁਲਕਾਂ ਵਾਸਤੇ, ਦੇ ਕੈਨ ਨਾਟ ਡੂ ਵਿਦਆਊਟ ਅਸ। ਜੇ ਸਾਡੇ ਰਾਈਟ ਹਰਡਲਸ, ਜਿਵੇਂ ਆਸ਼ੂ ਜੀ ਨੇ ਕਿਹਾ, ਜਗਜੀਤ ਜੀ ਨੇ ਕਿਹਾ, ਹਰਡਲਸ ਆਉਣਗੀਆਂ, ਇਟ ਵਿਲ ਬੀ ਅ ਨਿਊ ਨਾਰਮਲ। ਕੁਝ ਟੈਸਟ ਵੱਧ ਜਾਣਗੇ, ਪਰ ਉਹਨਾਂ ਦੇ ਉੱਪਰ ਜਾਈਏ, ਇਹ ਜਿੰਨੀ ਵੱਡੀ ਮਹਾਮਾਰੀ ਹੈ ਉਸ ਤੋਂ ਜ਼ਿਆਦਾ ਮਹਾਮਾਰੀ ਹੈ ਸੋਸ਼ਲ ਮੀਡੀਆ ਦੀ ਹੈ, ਰਾਈਟ। ਮੋਰਟੈਲਿਟੀ ਰੇਟ ਇਹਦਾ ਦੁਨੀਆ ਦੀ ਕਈ ਬਿਮਾਰੀਆਂ ਨਾਲੋਂ ਘੱਟ ਹੈ, ਵੈਰੀ ਹਾਈਲੀ ਇਨਫੈਕਸ਼ੀਅਸ, ਬਟ ਕੰਟਰੀਆਂ ਨੇ ਵੇ ਆਊਟਸ ਲੱਭ ਲਏ ਆ। ਅੱਜ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਜੂਨ ਦੇ ਪਹਿਲੇ ਹਫਤਾ ਤੋਂ ਪਹਿਲਾਂ ਡੋਮੈਸਟਿਕ ਫਲਾਈਟ ਆਨ ਹੋ ਜਾਏਗੀ, ਰਾਈਟ। ਸੋ ਸਾਡੀ ਸਰਕਾਰ ਨੇ ਡੋਮੈਸਟਿਕ ਫਲਾਈਟ ਆਨ ਕਰਤੀ। ਸੋ ਆਈ ਥਿੰਕ ਨਿਊ ਨਾਰਮਲ ਦੇ ਹਿਸਾਬ ਨਾਲ ਐਮਬੈਡਡ ਲਰਨਿੰਗ ਦੇ ਤਰੀਕੇ ਨਾਲ ਚੱਲਣਗੇ। ਇੰਸਟੀਟਿਊਸ਼ਨਸ ਨੂੰ ਵੀ ਸਾਨੂੰ ਲੋੜ ਹੈ ਜਿੰਨੀ ਸਾਨੂੰ ਜਾਣ ਦੀ ਉੱਥੇ ਲੋੜ ਹੈ। ਸੋ ਕੈਨੇਡਾ ਵੱਲੋਂ ਚੰਗੀਆਂ ਆ ਰਹੀਆਂ ਕਿ ਮੋਸਟ ਆਫ ਦ ਯੂਨੀਵਰਸਿਟੀਜ਼ ਨੇ ਕੰਡੀਸ਼ਨਲ ਐਕਸੈਪਟੈਂਸ ਸ਼ੁਰੂ ਕਰਤੀ, ਆਨਲਾਈਨ ਐਜੂਕੇਸ਼ਨ ਸ਼ੁਰੂ ਕਰਤੀ, ਜਿਹੜੀ ਕਿ ਕਾਊਂਟ ਹੋਏਗੀ ਪ੍ਰੀ ਵੀਜ਼ਾ ਐਂਡ ਆਫਟਰ ਵੀਜ਼ਾ। ਪਹਿਲੋਂ ਕੀ ਸੀਗਾ ਵੀ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ ਪੜਨਗੇ ਜਾਂ 18 ਮਾਰਚ ਤੋਂ ਬਾਅਦ ਪੜਨਗੇ ਉਹਨਾਂ ਲਈ ਤਹੀਆ ਸੀ, ਹੁਣ ਜਿਹੜੇ ਹਾਲੇ ਅਪਲਾਈ ਕਰਨੇ ਉਹ ਵੀ ਆਨਲਾਈਨ ਕਰ ਸਕਦੇ। ਸੋ ਯੈਸ, ਜਿਵੇਂ ਤੁਸੀਂ ਕਿਹਾ ਵੀ ਸਤੰਬਰ ਜਨਵਰੀ ਇੱਕ ਸਵਾਲੀਆ ਨਿਸ਼ਾਨ ਹੈ, ਬਟ ਥਿੰਗਸ ਵਿਲ ਹਿਟ ਬੈਕ ਨਾਰਮਲ ਵੈਰੀ ਵੈਰੀ ਸੂਨ। ਸੋ ਆਖੇ ਇੱਕ ਪੋਸਿਬਿਲਿਟੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਤੁਸੀਂ ਦੱਸ ਰਹੇ ਹੋ, ਇੱਕ ਇਸ ਨੂੰ ਤਾਂ ਅਸੀਂ ਕਹਿ ਸਕਦੇ ਕਿ ਇੱਕ ਪੋਜ਼ਿਟਿਵਿਟੀ ਸਾਨੂੰ ਰੱਖਣੀ ਪਏਗੀ। ਨਵਨੀਤ ਜੀ, ਪੋਜ਼ਿਟਿਵਿਟੀ ਰੱਖਣੀ ਪਏਗੀ, ਪਰ ਅਗਰ ਬਿਹਤਰੀ ਦੀ ਗੱਲ ਕਰੀਏ ਤਾਂ ਹੁਣ ਅਸਲ, ਕਿਉਂਕਿ ਇਹ ਚਰਚਾ ਇਸ ਕਰਕੇ ਖਾਸ ਤੌਰ ਤੇ ਰੱਖੀ ਗਈ ਹੈ ਕਿ ਸੱਚ ਅਸੀਂ ਦੱਸਿਆ ਕਿ ਪੰਜਾਬੀ ਜਿਹੜੇ ਅੱਗੇ ਜਾਣਾ ਚਾਹੁੰਦੇ ਨੇ ਨੌਜਵਾਨ, ਕੀ ਪੋਸਿਬਿਲਿਟੀ ਹੈਗੀ ਹੈ। ਕਿਉਂਕਿ ਇੱਕ ਮੈਂ ਅਜ਼ੰਪਸ਼ਨ ਦੀ ਗੱਲ ਕਰਾਂ ਬਣੀ ਹੋਈ ਹੈ ਕਿ ਹੁਣ ਤਾਂ ਜੀ 1.5-2 ਸਾਲ ਤੁਸੀਂ ਚੁੱਪ ਕਰਕੇ ਬੈਠ ਜਾਵੋ ਕਿਸੇ ਵੀ ਕੰਟਰੀ ਲਈ। ਜੀ ਨਵਨੀਤ ਜੀ, ਤੁਹਾਡੇ ਤੋਂ ਹੀ ਪੁੱਛਾਂਗੀ ਮੈਂ। ਹਾਂਜੀ ਮੈਮ, ਤੁਸੀਂ ਕਰ ਜਾਈਏ 2020 ਦੇ ਉੱਪਰ ਅਸਰ ਪਏਗਾ, ਮੈਂ ਇਸ ਚੀਜ਼ ਨਾਲ ਐਗਰੀ ਕਰਦਾ, ਰਾਈਟ। ਜਨਵਰੀ ਇਨਟੇਕ 2021 ਜਾਂ ਮਈ ਕੀ ਤੋਂ ਕੀ ਆਲਮ ਹੋਏਗਾ ਉਹ ਪੋਜ਼ਿਟਿਵ ਲੱਗ ਰਿਹਾ ਹੈ। ਉਹਦਾ ਕਾਰਨ ਹੈ ਕਿ ਹਰ ਥਾਂ ਤੇ ਸਿਚੁਏਸ਼ਨ ਇਜ਼ ਕਮਿੰਗ ਅੰਡਰ ਕੰਟਰੋਲ। ਇੰਡੀਆ ਦੇ ਵਿੱਚ ਆંકੜਿਆਂ ਦੀ ਗੱਲ ਕਰੀਏ, ਪੂਰੇ ਦੇਸ਼ ਦੇ ਆંકੜਿਆਂ ਨੂੰ ਬਾਈਫਰਕੇਟ ਕਰ ਲਈਏ ਤਾਂ ਟਰੂਥ ਵੱਖਰਾ ਹੁੰਦਾ। ਪੰਜਾਬ ਦੇ ਕਈ ਹਿੱਸੇ ਤੋਂ ਮਾਈਗ੍ਰੈਂਟ ਜਾਣਾ ਉਹ ਵੈਸੇ ਹੀ ਕੋਵਿਡ ਫ੍ਰੀ ਹੈ, ਰਾਈਟ, ਜਾਂ ਕੋਵਿਡ ਬਹੁਤ ਘੱਟ ਹੈ। ਸੋ ਆંકੜੇ ਜੇ ਮਹਾਰਾਸ਼ਟਰ ਦੇ ਆ ਰਹੇ ਆ ਜਾਂ ਯੂਪੀ, ਜੇ ਆਪਾਂ 7000 ਦਾ ਆંકੜਾ ਲੈ ਲੈਂਦੇ ਆ, ਪਰ ਆਪਾਂ ਇਵੈਲੂਏਟ ਕੀਤਾ ਕਿੱਥੋਂ ਪਿਕ, ਰਾਈਟ, ਕਿੱਥੋਂ ਪਿਕ ਹੋ ਰਿਹਾ ਉਹਨਾਂ ਕੰਟਰੀਜ਼ ਨੇ। ਜੇ ਆਪਾਂ ਕਿਊਬੈਕ ਦੀ ਗੱਲ ਕਰੀਏ, ਕੈਨੇਡਾ ਦੀ ਇੰਟਰਨਲ ਵੀ ਗੱਲ ਕਰੀਏ, ਤਾਂ ਕੁਝ ਏਰੀਆ ਸਪੀਡ ਦਾ, ਕੁਝ ਏਰੀਆ ਉੱਥੇ ਨੋਵਾ ਸਕੋਸ਼ੀਆ ਵਰਗੇ ਪ੍ਰੋਵਿੰਸਸ ਨੇ ਜਾਂ ਐਟਲਾਂਟਿਕ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਕੋਵਿਡ ਫ੍ਰੀ ਡਿਕਲੇਅਰ ਕਰਤਾ ਆਲਮੋਸਟ, ਦੇ ਡੋਨਟ ਹੈਵ ਅ ਲਾਈਵ ਕੇਸ। ਹਾਂ, ਉਹਨਾਂ ਨੇ ਇਹ ਵਾਲੀ ਇਨਟੇਕ ਸਭ ਨੇ ਆਨਲਾਈਨ ਅਨਾਉਂਸ ਕਰਤੀ ਕਿ ਅਸੀਂ ਆਨਲਾਈਨ ਚੱਲਾਂ ਜੀ। ਸੋ ਸੈਪਟੈਂਬਰ 20 ਔਖੀ ਲੱਗਦੀ ਹੈ, ਜਨਵਰੀ 21 ਮਈ 21 ਵਿਲ ਬੀ ਅ ਨਾਰਮਲ ਇਨਟੇਕ। ਬਾਕੀ ਡਿਪੈਂਡਿੰਗ ਅਪਨ ਦਾ ਕੋਵਿਡ ਹਾਲਾਤ ਇਹ ਹੈ। ਹਾਂ, ਉਹਦੇ 'ਚ ਇੱਕ ਚੀਜ਼ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਜ਼ਰੂਰ ਕਹਿਣੀ ਚਾਹੂੰਗਾ ਜੀ ਕਿ ਜਿੰਨੀ ਆਪਟਿਮਿਜ਼ਮ ਐਡ 'ਚ ਦਿਖਾਇਆ ਜਾ ਰਿਹਾ ਅਪਲਾਈ ਨਾਓ, ਉਹਨੂੰ ਵੀ ਕੇਅਰਫੁਲੀ ਕਰੀਏ ਕਿਉਂਕਿ ਤੁਹਾਡੇ ਕੋਲੇ ਪੈਸੇ ਲਿਮਿਟਡ ਹੈ। ਹਾਂ ਬਿਲਕੁਲ, ਇਹ ਸਵਾਲ ਸੀਗਾ ਮੇਰਾ ਅਗਲਾ, ਕਿਉਂਕਿ ਧੋਖੇ 'ਚ ਕਿਸੇ 'ਚ ਨਾ ਫਸੀਏ, ਕੀ ਹੈਗਾ ਅਸਲ 'ਚ ਤਸਵੀਰ ਜਿਹੜੀ ਆ ਉਹ ਦੱਸੀਏ। ਹਾਂਜੀ, ਔਰ ਖਾਸ ਤੌਰ ਤੇ ਇਹ ਵੀ ਕਿ ਕਿਹੜੀ ਕੰਟਰੀ ਦੇ ਵਿੱਚ ਅਸੀਂ ਕਰ ਸਕਦੇ ਹਾਂ, ਸਭ ਤੋਂ ਵੱਡਾ ਮਸਲਾ। ਕਿਉਂਕਿ ਅਗਰ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਉਹ ਤਾਂ ਬਿਲਕੁਲ ਖੂਹ 'ਚ ਡਿੱਗਣ ਵਾਲੀ ਗੱਲ ਹੋਏਗੀ ਇਸ ਵੇਲੇ। ਈਵਨ ਕੈਨੇਡਾ ਦੇ ਵਿੱਚ ਵੀ ਤੁਹਾਡਾ ਬੜਾ ਸੂਝਬੂਝਤਾ ਭਰਿਆ ਸਵਾਲ ਹੈ। ਕਾਫੀ ਥਾਵਾਂ ਤੇ ਪੈਸੇ ਲੱਗੇ ਉਸ ਖੂਹ 'ਚ ਸੁੱਟਾਂ ਦੇ, ਜਿਹੜਾ ਖੂਹ ਦੀ ਮਿੱਟੀ ਵੀ ਨਹੀਂ ਪੱਟ ਹੋਣੀ ਮੁੜ ਕੇ। ਹਾਂ, ਠੀਕ ਹੈ। ਸੋ ਇਹ ਮਾੜੀ ਇੰਸਟੀਚਿਊਟਸ ਦੀ ਅੱਜ ਮਾਰਕੀਟ ਹੋ ਰਹੀ ਹੈ, ਕਿਉਂਕਿ ਜਦੋਂ ਵੀ ਬਰਸਾਤ ਆਉਂਦਾ ਡੱਡੂ ਬਾਹਰ ਆ ਜਾਂਦੇ ਆ। ਸੋ ਲੋਕਾਂ ਦੀ ਦੇਖ ਕੇ ਹਾਲਾਤ
ਕਿਵੇਂ ਹੋਣਗੇ। ਸੋ ਪੀਪਲ ਆਰ ਟ੍ਰਾਈਂਗ ਟੂ ਮਿਸਗਾਈਡ them। ਜਿਹੜੀ ਅੱਜ ਇੰਨੀ ਐਡ ਆ ਰਹੀ ਕਿ ਅਪਲਾਈ ਫॉर ਸੈਪਟੈਂਬਰ ਇਨਟੇਕ ਹੁਣੇ ਜਹਾਜ਼ ਚੜ੍ਹ ਦੋ, ਉਹ ਸੁਪਨੇ ਹੈ ਰਾਈਟ। ਅਗਲਾ ਸਾਲ ਕਿਵੇਂ ਆਊਗਾ ਪੋਜ਼ਿਟਿਵ, ਕਿੰਨੇ ਕੋਲੇ ਜਾਣ ਜੋਗੇ ਪੈਸੇ ਹੋਣਗੇ, ਆਪਾਂ ਉਹਦੀ ਗੱਲ ਤਾਂ ਹਾਲੇ ਕੀਤੀ ਨਹੀਂ। ਬਿਲਕੁਲ ਜਿਹੜੀ ਸਾਡੇ ਹੋਣੀ ਹੈ, ਜਿਹੜੇ 2 ਪਰਿਵਾਰ ਕੰਮ ਕਰਦੇ ਸੀ, ਅਖਬਾਰ 'ਚ ਖਬਰ ਆਉਂਦੀ ਹੈ ਇੰਨੇ ਹਜ਼ਾਰ ਬੰਦੇ ਲੇਡ ਆਫ, ਇੰਨੀਆਂ ਸੈਲਰੀਆਂ ਕੱਟ ਗਈਆਂ, ਉਹਨਾਂ 'ਚ ਵੀ ਤਾਂ ਕੁਝ ਪਰਿਵਾਰ ਹੋਣਗੇ ਜਿਨ੍ਹਾਂ ਨੇ ਬਾਹਰ ਜਾਣਾ ਸੀ। ਸੋ ਆਰਥਿਕ ਕੀ ਹਾਲਾਤ ਹੁੰਦੇ ਨੇ, ਜਿੱਥੇ ਇੱਕ ਪਾਸੇ ਆਪਟਿਮਿਜ਼ਮ ਉਹਨਾਂ ਦੇ ਇੱਕ ਦੂਜੇ ਬਗੈਰ ਸਰਦਾ ਨਹੀਂ, ਉੱਥੇ ਇਹ ਵੀ ਇੱਕ ਹੈ ਵੀ ਦੇਣੇ ਉਹਦੇ ਕੋਲ ਦੇਣ ਜੋਗਾ ਇੰਤਜ਼ਾਮ ਰਸਦ ਹੈ ਕਿ ਨਹੀਂ। ਦੂਜਾ ਇੱਕ ਅਹਿਮ ਸਾਰੀ ਕੰਟਰੀਜ਼ ਚ ਆਊਗਾ, ਚਾਹੇ ਉਹ ਯੂਕੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਉੱਥੇ ਜਾ ਕੇ ਅਵੇਲੇਬਿਲਿਟੀ ਆਫ ਜੌਬ, ਫਾਈਨੈਂਸ਼ੀਅਲ ਸਟੇਬਿਲਿਟੀ ਇੱਕ ਵੱਡਾ ਸਵਾਲ 2021 ਦਾ ਹੋਏ। ਠੀਕ ਹੈ, ਬਹੁਤ ਕੁਝ ਸਾਫ਼ ਹੁੰਦਾ ਨਜ਼ਰ ਵੀ ਆ ਰਿਹਾ। ਠੀਕ ਹੈ, ਮੈਂ ਉਪਲ ਸਾਹਿਬ ਤੁਹਾਡੇ ਕੋਲ ਆਵਾਂਗੀ। ਅਗਰ ਗੱਲ ਕਰੀਏ ਤਾਂ ਕੰਟਰੀਜ਼ ਦੀ ਇੱਥੇ ਲੀਨੀਅੰਸੀ ਕਿੰਨੀ ਕੁ ਲੱਗੇਗੀ, ਬੇਸ਼ੱਕ ਉਹ ਆਈਲੈਂਡਸ ਦੇ ਬੈਨ ਨੂੰ ਲੈ ਕੇ ਹੋਵੇ, ਫੰਡਸ ਨੂੰ ਲੈ ਕੇ ਹੋਵੇ, ਜਾਂ ਹੋਰ ਕਿਸੇ ਚੀਜ਼ ਨੂੰ ਲੈ ਕੇ ਹੋਵੇ, ਕਿਉਂਕਿ ਅਗਰ ਕਿਸੇ ਕੰਟਰੀ ਨੇ ਆਪਣੇ ਦੇਸ਼ 'ਚ ਬੁਲਾਉਣੇ ਹੈਗੇ ਆ ਸਟੂਡੈਂਟਸ ਜਾਂ ਕੋਈ ਵੀ ਹੋਰ, ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਰਹੇ ਸੀ ਕਿ ਪੋਸੀਬਿਲਿਟੀ ਵੱਧ ਹੋ ਸਕਦੀ ਹੈ, ਤਾਂ ਉਹਨਾਂ ਨੂੰ ਥੋੜਾ ਜਿਹਾ ਲੀਨੀਅੰਟ ਵੀ ਹੋਣਾ ਪਏਗਾ। ਯੂਨੀਵਰਸਿਟੀਜ਼ ਆਪਾਂ ਕਿ ਯੂਕੇ 'ਚ ਦੇਖੀਏ, ਪੋਸਟ ਕੋਵਿਡ-19 ਸਭ ਤੋਂ ਵੱਡੀ ਫਿਕਰ ਤੇ ਹੈਗੀ ਆ, ਤਕਰੀਬਨ 20 to 80% ਸਟੂਡੈਂਟ ਦੀ ਘਾਟ ਪੈ ਜਾਣੀ ਹੈਗੀ ਆ। ਠੀਕ ਹੈ, ਅੱਜ ਦੇ ਵਕਤ ਵਿੱਚ ਦੇਖੀਏ ਸਭ ਤੋਂ ਜ਼ਿਆਦਾ ਗਿਣਤੀ ਜੋ ਸਟੂਡੈਂਟ ਦੀ ਯੂਕੇ ਹੁੰਦੀ ਹੈਗੀ, ਇੰਡੀਆ ਤੋਂ ਨਹੀਂ ਹੁੰਦੀ ਹੈਗੀ, ਚੀਨ ਤੋਂ ਹੁੰਦੀ ਹੈਗੀ ਆ। 1,20,000 ਪਿਛਲੇ ਸਾਲ ਆਇਆ ਸੀ। ਯੂਕੇ ਦੀ ਗਿਣਤੀ ਦੇਖੀਏ ਤਕਰੀਬਨ 25,000 ਸੀ, ਮੈਂ ਪਹਿਲੇ ਵੀ ਕਹਿ ਚੁੱਕਾ, ਤਕਰੀਬਨ 40% ਇੰਕਰੀਜ਼ ਸੀ। ਮਗਰ ਜੋ ਬੱਚਾ ਕਿ ਪੰਜਾਬ ਤੋਂ ਆਉਂਦਾ ਆ, ਤਾਂ ਮੈਂ ਹੁਣ ਇੰਡੀਆ ਦੀ ਗੱਲ ਵੱਖਰੀ ਕਰੂੰਗਾ ਤੇ ਪੰਜਾਬ ਦੀ ਵੱਖਰੀ ਕਰੂੰਗਾ, ਉਹਦਾ ਕਈ ਵਾਰੀ ਮਕਸਦ ਹੁੰਦਾ ਪੀਆਰ ਲੈਣ ਵਾਸਤੇ, ਇੱਥੇ ਆ ਕੇ ਕੰਮ ਕਰਨਾ, ਆਪਣੀ ਕਮਾਈ ਕਰਨ ਵਾਸਤੇ। ਯੂਨੀਵਰਸਿਟੀ ਨੂੰ ਆਲਰੇਡੀ ਪਤਾ ਹੈਗਾ ਇਹ ਗਿਣਤੀ ਘਟਣ ਲੱਗ ਜੀ ਬਾਹਰਲੀ ਇੰਟਰੈਸਟ ਸਟੂਡੈਂਟਸ, ਜਾਂ ਤਾਂ ਆਪਾਂ ਲੋਕਲ ਸਟੂਡੈਂਟ ਰਿਕਰੂਟ ਕਰੋਗੇ ਤਾਂ ਯੂਕੇ 'ਚ ਆਲਰੇਡੀ ਕੈਪ ਲਾ ਚੁੱਕੇ ਹੈਗੇ ਗਵਰਨਮੈਂਟ ਸਰਕਾਰ। ਸੋ ਲੋਕਲ ਜੋ ਸਟੂਡੈਂਟਸ ਇੱਥੇ ਬੱਚੇ ਜੇ ਜੰਪਲ ਹੈਗੇ ਆ, ਉਹਦੀ ਭਾਰੀ ਗਿਣਤੀ ਇੱਕ ਸਬਸਟੀਟਿਊਟ ਨਾ ਹੋਏ। ਸੋ ਜੋ ਬਾਹਰਲੇ ਇੰਟਰਨੈਸ਼ਨਲ ਸਟੂਡੈਂਟਸ ਉਹ ਵੀ ਨਾਲ ਦੀ ਨਾਲ ਆਏ। ਹੁਣ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਆਪਾਂ ਦੇਖੇ ਜਾਏ, ਹੁਣ ਇਦਾਂ ਲੱਗਦਾ ਯੂਨੀਵਰਸਿਟੀਜ਼ ਦੇ ਸਾਫ਼ ਹੁਣ ਦੱਸਣ ਲੱਗ ਪਏ ਹੈਗੇ ਉਹਨਾਂ ਦੀ ਪਾਲਿਸੀਆਂ ਕੀ ਹੈਗੀਆਂ। ਜੂਨ ਜੁਲਾਈ ਜੋ ਇਨਟੇਕ ਸੀ ਉਹ ਤਾਂ ਡਿਫਰ ਹੋ ਚੁੱਕੇ ਹੈਗੇ ਟੂ ਸਪਟੈਂਬਰ, ਮੇਬੀ ਇਵਨ ਅਕਤੂਬਰ, ਕਿਉਂਕਿ ਇਹ ਵੀ ਹਾਲੇ ਗੱਲ ਕਲੀਅਰ ਨਹੀਂ ਹੈਗੀ ਕਿ ਆਪਾਂ ਲੋਕਡਾਊਨ 'ਚ ਹਲੇ ਆਪਾਂ ਹੌਲੀ ਹੌਲੀ ਆ ਰਹੇ ਹਾਂ ਬਾਹਰ। ਤੇ ਜਿਹੜੇ ਬੱਚੇ ਆ ਰਹੇ ਹੈਗੇ ਆ ਕਈ ਯੂਨੀਵਰਸਿਟੀ, ਤਾਂ ਪਹਿਲੀ ਯੂਨੀਵਰਸਿਟੀ ਮੈਂ ਕਹੂੰਗਾ ਯੂਨੀਵਰਸਿਟੀ ਆਫ ਕੈਂਬਰਿਜ ਸੀ, ਉਹਨਾਂ ਨੇ ਆਲਰੇਡੀ ਕਹਿ ਚੁੱਕਾ ਹੈਗਾ ਅਗਲੇ ਪੂਰੇ ਸਾਲ ਦੀ ਜੋ ਲੈਕਚਰਸ ਆ ਉਹ ਆਲਰੇਡੀ ਹੋ ਜਾਣੇ ਹੈਗੇ ਆਨਲਾਈਨ। ਠੀਕ ਹੈ, ਜੋ ਟਿਊਟੋਰੀਅਲਸ ਆ ਉਹ ਸ਼ਾਇਦ ਫੇਸ ਟੂ ਫੇਸ ਸ਼ੁਰੂ ਹੋਣਗੇ। ਬਾਕੀ ਯੂਨੀਵਰਸਿਟੀ ਹੌਲੀ ਹੌਲੀ ਆਪਣੀ ਪ੍ਰੈਡਿਕਸ਼ਨਸ ਦੇ ਰਹੇ ਹੈਗੇ, ਕਈ ਕਹਿ ਰਹੇ ਸ਼ਾਇਦ ਆਪਾਂ ਜਨਵਰੀ ਤੱਕ ਰੱਖਾਂਗੇ। ਮਗਰ ਜੇ ਸਟੂਡੈਂਟ ਦੀ ਜੋ ਇੱਕ ਫੀਲਿੰਗ ਹੁੰਦੀ ਜਾਣ ਵਾਸਤੇ, ਤਾਂ ਹੁਣ ਮੈਂ ਯੂਕੇ ਦੇ ਜੰਪਲ ਬੱਚੇ ਦੀ ਵੀ ਗੱਲ ਕਰੂੰਗਾ ਤੇ ਇੰਟਰਨੈਸ਼ਨਲ ਸਟੂਡੈਂਟਸ, ਉਹ ਫੀਲਿੰਗ ਸਟੂਡੈਂਟ ਦੀ ਅੱਜ ਨਹੀਂ ਹੋਣੀ ਹੈਗੀ ਜੋ ਪਹਿਲਾਂ ਆਪਣੇ ਸਮੇਂ 'ਚ ਹੁੰਦੀ ਸੀ। ਤੁਸੀਂ ਫਰੈਸ਼ਰਸ ਦੇ ਜਾਣਾ ਹੈਗਾ, ਤੁਸੀਂ 1-to-1 ਇੰਟਰੈਕਸ਼ਨ ਬਾਹਰਲੇ ਸਟੂਡੈਂਟਸ ਨਾਲ ਕਰਨੀ ਆ, ਉਹ ਦਿਨ ਚੱਲ ਜਾਣੇ ਹੈਗੇ ਆ। ਨਾਲ ਕੰਮ ਦੀਆਂ ਗੱਲਾਂ ਤੁਸੀਂ ਕੀਤੀਆਂ ਗਈਆਂ ਹੈਗਾ, ਜੋ ਬੱਚਾ ਕਿ ਸ਼ਾਇਦ ਉਮੀਦ ਹੋਈ ਉਹਦੀ ਪੋਟੈਂਸ਼ੀਅਲ ਕੀ ਫਿਊਚਰ ਹੈਗੀ ਆ। ਵੀ ਆਰ ਹੈਡਿੰਗ ਟੂਵਰਡਸ ਅ ਵਰਲਡ ਵਾਈਡ ਰਿਸੈਸ਼ਨ, ਕੰਮ ਦੀ ਘਾਟ ਹੈਗੀ ਆ। ਆਰਥਿਕ ਹਾਲਾਤ ਦੇ ਵੀ ਗੱਲ ਕੀਤੀ ਗਈ ਹੈਗੀ ਆ, ਇਹ ਵੀ ਗੱਲ ਬੜੀ ਸਹੀ ਹੈਗੀ ਆ। ਸਟੂਡੈਂਟਸ ਜੋ ਪੰਜਾਬ 'ਚ ਆਉਂਦਾ ਹੈਗਾ ਕਿਹੜੀ ਆਪਣੇ ਜੰਟ ਨੂੰ ਫੀਸ ਜ਼ਿਆਦਾ ਦਿੰਦਾ ਜਿੰਨੀ ਯੂਨੀਵਰਸਿਟੀ ਤੋਂ ਹੁੰਦੀ ਹੈਗੀ ਆ। ਸੋ ਉਹ ਇੱਕ ਬੱਚੇ ਨੂੰ ਐਜੂਕੇਟ ਆਪਣੇ ਆਪ ਨੂੰ ਕਰਨਾ ਚਾਹੀਦਾ ਕਿ ਮੈਂ ਕਿਸੇ ਮੁਲਕ ਕਿਹਦੇ ਮੁਲਕ 'ਚ ਜਾਣਾ ਹੈ, ਉਹ ਮੈਂ ਪੜ੍ਹਾਈ ਕਰੂੰਗਾ, ਪੜ੍ਹਾਈ ਕਰਨ ਦਾ ਮੇਰਾ ਮਕਸਦ ਕੀ ਹੈਗਾ, ਮੈਂ ਬਾਅਦ ਚੋਂ ਪ੍ਰੋਫੈਸ਼ਨ ਚਾਹੁੰਦਾ ਹੈਗਾ, ਉਹ ਪ੍ਰੋਫੈਸ਼ਨ ਕੀ ਹੋਊਗਾ। ਹੁਣ ਯੂਕੇ 'ਚ ਦੇਖਿਆ ਜਾਏ ਇੱਕ ਇਹ ਵੀ ਲੱਗ ਰਿਹਾ ਕਿਤੇ ਨਾ ਕਿਤੇ ਇੱਕ ਮੌਕਾ ਸ਼ਾਇਦ ਜਿਹੜੇ ਜਾਣ ਦੇ ਚਾਹਵਾਨ ਨੇ ਉਹਨਾਂ ਨੂੰ ਮਿਲ ਚੁੱਕਿਆ, ਕਿਉਂਕਿ ਉਹ ਆਪਣੀ ਤਿਆਰੀ ਕਰ ਲੈਣ, ਇੱਕ ਤਾਂ ਉਹਨਾਂ ਨੂੰ ਥੋੜਾ ਹੋ ਜਾਏਗਾ ਕਿ ਸਟਰੋਂਗ ਤਰੀਕੇ ਦੇ ਨਾਲ ਜਾ ਸਕਦੇ ਨੇ, ਔਰ ਥੋੜਾ ਜਿਹਾ ਸਮਾਂ ਵੀ ਮਿਲ ਚੁੱਕਿਆ, ਔਰ ਹੁਣ ਹੋ ਸਕਦਾ ਜਿਸ ਤਰ੍ਹਾਂ ਦੇ ਨਾਲ ਮੈਂ ਲੀਨੀਅੰਸੀ ਦੀ ਪਹਿਲਾਂ ਵੀ ਗੱਲ ਕੀਤੀ ਹੈ ਉਹ ਵੀ ਹੋ ਜਾਵੇ। ਸੋ ਇੱਕ ਉਹ ਲੋਕਾਂ ਨੂੰ ਹੁਣ ਮੌਕਾ ਮਿਲੇਗਾ ਜਿਹੜੇ ਬਹੁਤ ਦੇਰ ਤੋਂ ਸੁਪਨੇ ਵੀ ਵੇਖ ਰਹੇ ਸੀਗੇ। ਜੀ ਬਿਲਕੁਲ ਸਹੀ, ਤਿਆਰੀ ਹਰ ਇੱਕ ਬੱਚੇ ਨੂੰ ਕਰਨੀ ਪਊਗੀ ਹੈਗੀ, ਪਰ ਤਿਆਰੀ ਦੇ ਨਾਲ ਨਾਲ ਇਹ ਵੀ ਦੇਖੋ ਥੋੜਾ ਫਿਊਚਰ ਕਿੱਥੇ ਹੈਗਾ। ਜੌਬਸ ਤਾਂ ਚਲੋ ਇਹ ਠੀਕ ਹੈਗਾ, ਯੂਕੇ ਨੇ ਅਗਲੇ ਸਾਲ ਤੋਂ ਫਰਮ ਸਮਰ 21, ਇਹ ਵੀ ਮੈਂ ਕਹਿੰਦਾ ਸਮਰ 21 ਤੋਂ ਹਲੇ ਕਾਨੂੰਨ ਬਣਿਆ ਨਹੀਂ ਹੈਗਾ, ਪਰ ਇਹਨੇ ਇੱਕ ਗ੍ਰੈਜੂਏਟ ਸਕੀਮ ਸ਼ੁਰੂ ਕਰ ਦੇਣੀ ਹੈਗੀ ਆ, ਜਿਹਦੇ ਵਿੱਚ ਹਰ ਇੱਕ ਬੱਚਾ ਜੋ ਇੱਥੇ ਆ ਕੇ ਗ੍ਰੈਜੂਏਟ ਹੁੰਦਾ ਸਮਰ ਦੇ ਬਾਅਦ, ਉਹਨੂੰ ਇੱਕ 2 ਸਾਲ ਦਾ ਪੋਸਟ ਸਟੱਡੀ ਵਰਕ ਮਿਲਣ ਵਾਸਤੇ। ਇਹ ਵੈਸੇ ਐਲਾਨ ਕੀਤਾ ਸੀ ਬੋਰਿਸ ਜੌਨਸਨ ਨੇ ਪਿਛਲੇ ਸਤੰਬਰ 2019 ਦੇ ਵਿੱਚ, ਮਗਰ ਰੌਲਾ ਆਲਰੇਡੀ ਪੈ ਚੁੱਕਾ ਹੈਗਾ। ਇਹ ਸਕੀਮ ਸ਼ਾਇਦ ਯੂਕੇ ਸ਼ੁਰੂ ਹੋ ਚੁੱਕੀ ਹੈਗੀ, ਇਹ ਹਲੇ ਕਾਨੂੰਨ ਬਣਿਆ ਨਹੀਂ ਗਾ, ਮਗਰ ਆਉਂਦੇ ਬੱਚਿਆਂ ਲਈ ਇੱਕ ਇੰਟਾਈਸਮੈਂਟ ਹੈਗੀ ਆ। ਸੋ ਜੋ ਇੰਟਰਨੈਸ਼ਨਲ ਬੱਚਾ ਜੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂਦਾ ਸੀ, ਉਹ ਵੀ ਵਾਪਸ ਯੂਕੇ ਆਉਣ ਲੱਗ ਜਾਏ, ਬਿਕਾਜ਼ ਪਿਛਲੇ 8 ਸਾਲ ਦੇਖੀਏ ਇੰਡੀਆ ਦੀ ਸਟੂਡੈਂਟ ਦੀ ਗਿਣਤੀ ਬੜੀ ਘਟ ਗਈ ਸੀ, ਬਿਕਾਜ਼ ਪੋਟੈਂਸ਼ੀਅਲ ਫਿਊਚਰ ਜੋ ਸਟੂਡੈਂਟ ਦਾ ਸੀ ਸ਼ਾਇਦ ਯੂਕੇ 'ਚ ਉਹਨਾਂ ਬ੍ਰਾਈਟ ਨਹੀਂ ਸੀ ਜਿਹਨੇ ਬਾਕੀ ਦੇ ਮੁਲਕ 'ਚ। ਇਨਫੈਕਟ ਮੈਂ ਅੱਜ ਵੀ ਕਹਿੰਦਾ
ਬੱਚੇ ਜੋ ਆਲਰੇਡੀ ਪਿਛਲੇ ਸੈਪਟੈਂਬਰ ਤੋਂ ਜਨਵਰੀ ਚ ਆਏ ਇੱਥੇ ਹੈਗੇ ਆ, ਉਹ ਆਲਰੇਡੀ ਸੋਚ ਰਹੇ ਹੈਗੇ ਆ ਯੂਕੇ ਨੂੰ ਛੱਡ ਕੇ ਆਪਾਂ ਚਲ ਜਾਈਏ ਅੱਗੇ ਕੈਨੇਡਾ, ਆਸਟ੍ਰੇਲੀਆ, ਬਿਕੋਜ਼ ਵਾਂਸ ਅਗੇਨ ਜਿਹੜਾ ਸੁਪਨਾ ਪੰਜਾਬ ਚ ਦਿੱਤਾ ਜਾਂਦਾ ਹੈਗਾ ਯੂਕੇ ਬੱਚਾ ਆ ਕੇ ਪੜ੍ਹ ਕੇ ਬਾਅਦ ਨੂੰ ਪੀਆਰ ਮਿਲਵੇ, ਆਮ ਬੱਚਾ ਪੀਆਰ ਨੂੰ ਉਹਨੂੰ ਮਿਲੂਗੀ 8 ਤੋਂ 10 ਸਾਲ ਬਾਅਦ। 3 ਸਾਲ ਪੜੂਗਾ, 2 ਸਾਲ ਪੋਸਟ ਸਟੱਡੀ ਕਰੂਗਾ, ਫਿਰ 5 ਸਾਲ ਕਿਸੇ ਸਪਾਂਸਰ ਲਾਇਸੈਂਸ ਹੋਲਡਰ ਨਾਲ ਕੰਮ ਕਰੂਗਾ ਤਾਂ ਜਾ ਕੇ ਉਹਨੂੰ ਪੀਆਰ ਮਿਲੂਗੀ। ਵਿੱਚ ਵਿਚਾਲੇ ਇਹ ਦੇਖਿਆ ਜਾਏ ਫਾਈਨੈਂਸ਼ੀਅਲ ਹਾਲਾਤ, ਆਪਣੇ ਖਰਚੇ ਜੋ ਹੈਗੇ, ਸਾਲ ਦੀ ਟਿਊਸ਼ਨ ਦੀ ਫੀਸ 12 ਲੱਖ ਐਵਰੇਜ ਹੈਗਾ, 3 ਸਾਲਾਂ ਦੀ ਪੜ੍ਹਾਈ 40 ਲੱਖ ਤੋਂ ਉੱਪਰ ਪੈਂਦੀ ਹੈਗੀ ਬੱਚੇ ਨੂੰ। ਸੋ ਜਿਹੜਾ ਜੈਨੂਇਨ ਸਟੂਡੈਂਟ ਪਹਿਲਾਂ ਹੁੰਦਾ ਸੀ ਉਹ ਹੱਲੇ ਵੀ ਆਊਗਾ, ਪਰ ਜਿਹੜੀ 40% ਇੰਕਰੀਜ਼ ਪੰਜਾਬ ਤੋਂ ਸਟੂਡੈਂਟ ਆਇਆ ਹੈਗਾ, ਦੇਖਣ ਵਾਲਾ ਇਹ ਹੈਗਾ ਉਹ ਹੱਲੇ ਵੀ ਆਊਗਾ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਵੱਲ ਜਾਊਗਾ। ਠੀਕ ਹੈ ਅਪਲ ਸਾਹਿਬ। ਜਗਜੀਤ ਜੀ ਤੁਹਾਡੇ ਤੋਂ ਜਾਣਾਂਗੇ ਉਹੀ ਸਵਾਲ ਮੇਰਾ ਇੱਥੇ ਵੀ ਹੈਗਾ, ਕਿਉਂਕਿ ਨਿਊਜ਼ੀਲੈਂਡ ਦੀ ਅਗਰ ਗੱਲ ਕਰੀਏ, ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਦੱਸ ਰਹੇ ਸੀ ਕਿ ਫੰਡਸ ਨੂੰ ਲੈ ਕੇ ਕੋਈ ਇੱਥੇ ਐਡਜਸਟਮੈਂਟ ਨਹੀਂ ਕਰਦਾ ਹੈਗਾ, ਕਿਸੇ ਬੈਂਡਸ ਨੂੰ ਲੈ ਕੇ ਐਡਜਸਟਮੈਂਟ ਨਹੀਂ ਹੈਗੀ, ਸੋ ਉਸ ਹਿਸਾਬ ਦੇ ਨਾਲ ਹੁਣ ਕੀ ਲੱਗਦਾ ਹੈ ਇੱਕ ਹੋਰ ਸਟਰੋਂਗ ਵੇ ਦੇ ਨਾਲ ਉੱਪਰ ਕੇ ਸਾਹਮਣੇ ਆਏਗਾ ਜਾਂ ਥੋੜਾ ਜਿਹਾ ਲੀਨੀਅੰਟ ਹੁੰਦਾ ਨਜ਼ਰ ਆਏਗਾ? ਮੈਂ ਇਹਦੇ 'ਚ ਇੱਕ ਚੀਜ਼ ਐਡ ਕਰਾਂਗਾ, ਜਿਵੇਂ ਤੁਸੀਂ ਗੱਲ ਕੀਤੀ ਹੈ ਆਈਐਲਸ ਪੀਟੀ ਦੀ, ਉਹਦੇ ਵਿੱਚ NZQA ਨੇ ਬੇਸਿਕਲੀ ਇੱਕ ਅਨਾਉਂਸਮੈਂਟ ਕੀਤੀ ਸੀ ਜੋ ਕਿ ਪਬਲਿਕ ਡੋਮੇਨ 'ਚ ਵੀ ਹੈ, ਵੈਬਸਾਈਟ ਤੇ ਹੈ। ਉਹਨਾਂ ਨੇ ਇਹ ਕਿਹਾ ਸੀ ਕਿ ਜਿਸ ਸਟੂਡੈਂਟਸ ਨੇ ਆਲਰੇਡੀ ਅਪਲਾਈ ਕੀਤਾ ਹੈ, ਚਾਹੇ ਉਹਨਾਂ ਦਾ ਵੀਜ਼ਾ ਆਇਆ ਹੋਏ, AIP ਆ ਜਾਂ ਆਫਰ ਲੈਟਰ ਆਇਆ ਹੋਇਆ, ਉਹਨਾਂ ਦੀ ਜਿਹੜੀ ਆਈਐਲਸ ਪੀਟੀ ਦੀ ਜਿਹੜੀ ਵੈਲਿਡਿਟੀ ਹੈ ਉਹਨਾਂ ਨੇ 1 ਸਾਲ ਹੋਰ ਵਧਾਤੀ ਹੈ। ਜਿਵੇਂ ਆਈਐਲਸ ਦੀ ਵੈਲਿਡਿਟੀ ਨਾਰਮਲੀ 2 ਸਾਲ ਹੁੰਦੀ ਹੈ, ਹੁਣ ਉਹ 1 ਸਾਲ ਹੋਰ ਵਧਾ ਕੇ 3 ਸਾਲ ਕਰਤੀ ਹੈ। ਇਹ ਤਾਂ ਰਿਹਾ ਇੰਗਲਿਸ਼ ਲੈਂਗੁਏਜ ਦਾ ਜਿਹੜਾ ਫਸਟ ਕੁਐਸਚਨ ਸੀ। ਦੂਸਰਾ ਤੁਸੀਂ ਕਿਹਾ ਕਿ ਫੰਡਸ ਰਿਕੁਆਇਰਮੈਂਟ ਦੀ ਜਿਹੜੀ ਆਬਵੀਅਸਲੀ ਜਿਹੜੀ ਇੰਸਟੀਟਿਊਸ਼ਨਸ ਉੱਤੇ ਜਿਵੇਂ ਯੂਨੀਵਰਸਿਟੀਜ਼ ਹੈਗੀਆਂ, ਗਵਰਨਮੈਂਟ ਇੰਸਟੀਟਿਊਸ਼ਨਸ ਹੈਗੇ ਨੇ, ਪ੍ਰਾਈਵੇਟ ਕਾਲਜਸ ਆ, ਉਹ ਲੌਬੀ ਹਾਰਡ ਕਰ ਰਹੇ ਨੇ ਇਨ ਟਰਮਸ ਆਫ ਕਿ ਜਿਹੜੀ ਫੰਡਸ ਰਿਕੁਆਇਰਮੈਂਟ ਆ ਨਿਊਜ਼ੀਲੈਂਡ ਦੀ, ਜੋ ਕਿ ਕਾਫੀ ਹਾਈ ਹੈ ਇਨ ਟਰਮਸ ਆਫ ਅਦਰ ਕੰਟਰੀਜ਼, ਉਹਦੇ ਕੋਈ ਥੋੜੀ ਬਹੁਤ ਉਹਦੇ 'ਚ ਰਿਆਇਤ ਕੀਤੀ ਜਾਏ ਜਾਂ ਥੋੜਾ 6 ਮੰਥਸ ਦੀ ਜਗ੍ਹਾ 3 ਮੰਥਸ ਕੀਤਾ ਜਾਏ, ਲੇਕਿਨ ਉਹ ਸਾਰਾ ਇਹ ਪ੍ਰੋਸੈਸ ਅਜੇ ਜੇ ਡਿਸਕਸ਼ਨ ਮੋਡ ਤੇ ਹੈ, ਉਹਦੇ ਵਿੱਚ ਕੋਈ ਕੰਕਰੀਟ ਅਜੇ ਤੱਕ ਕੋਈ ਡਿਸੀਜਨ ਨਹੀਂ ਲਿੱਤਾ। ਦੂਸਰੀ ਜਿਹੜੀ ਹੋਰ ਗੱਲ ਇਹ ਤੁਸੀਂ ਹੋਰ ਕਿਹਾ ਕਿ ਉੱਥੇ ਜਿਹੜਾ ਬੱਚਾ, ਸੌਰੀ ਡਿਸਟਰਬੈਂਸ ਆ ਰਹੀ ਸੀ ਜੀ, ਆਵਾਜ਼ ਆ ਰਹੀ ਹੈ ਮੇਰੀ? ਨਹੀਂ ਜੀ, ਹਾਂਜੀ ਆ ਰਹੀ ਆਵਾਜ਼ ਤੁਹਾਡੀ, ਤੁਸੀਂ ਕੰਟੀਨਿਊ ਕਰ ਸਕਦੇ ਹੋ। ਹਾਂਜੀ ਹਾਂ, ਮੈਂ ਹੋਰ ਇੱਕ ਗੱਲ ਜਿਹੜਾ ਕਹਿਣਾ ਚਾਹ ਰਿਹਾ ਸੀ ਇਨ ਟਰਮਸ ਆਫ ਆਨਲਾਈਨ, ਜਿਹੜਾ ਨਵਨੀਤ ਜੀ ਨੇ ਇੱਕ ਪੁਆਇੰਟ ਕੀਤਾ ਸੀ ਕਿ ਆਨਲਾਈਨ ਕੋਰਸਸ ਜਿਹੜੇ ਡਿਲੀਵਰ ਹੋ ਰਹੇ ਨੇ, ਉਹਦੇ ਵਿੱਚ ਮੈਂ ਐਗਰੀ ਕਰਦਾ ਹਾਂ ਕਿ ਅਗਲੇ ਸਾਲ ਤੋਂ ਪਹਿਲਾਂ ਮੈਨੂੰ ਵੀ ਨਹੀਂ ਲੱਗਦਾ, ਜਿਵੇਂ ਕੈਨੇਡਾ ਨਹੀਂ ਲੱਗਦਾ ਜਾਂ UK ਨਹੀਂ ਲੱਗਦਾ, ਮੈਨੂੰ ਵੀ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਦੇ ਬਾਰਡਰਸ ਕੁਝ ਖੁੱਲਣਗੇ। ਆਟੋ 0 ਕੇਸਿਸ ਰਿਪੋਰਟ ਹੋ ਰਹੇ ਨੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਵਿੱਚ, ਔਰ ਸਾਰੇ ਇੱਥੇ ਕਹਿ ਰਹੇ ਨੇ ਕਿ ਸੈਪਟੰਬਰ ਅਕਤੂਬਰ ਖੁੱਲ ਸਕਦਾ ਹੈ, ਬਟ ਪੋਜ਼ਿਟਿਵਲੀ ਮੈਂ ਦੇਖਾਂਗਾ ਤਾਂ ਉਹੀ ਜਾਨ ਫੈਬ ਇਨਟੇਕ ਹੀ ਲੱਗ ਰਿਹਾ ਹੈ। ਤਾਂ ਬੱਚੇ ਜਿਹੜੇ ਇੰਟਰਸਟਿਡ ਹੈਗੇ ਨੇ ਇੱਥੇ ਜੁਆਇਨ ਕਰਨ ਵਾਸਤੇ ਅਗਲੇ ਸਾਲ ਵਾਸਤੇ, ਉਹ ਟਾਈਮ ਆਪਣਾ ਵੇਸਟ ਨਾ ਕਰਨ, ਆਨਲਾਈਨ ਕੋਰਸਸ ਤੇ ਜ਼ਰੂਰ ਐਨਰੋਲ ਕਰਨ। ਜਿਵੇਂ ਕੈਨੇਡਾ ਨੇ ਅਲਾਉ ਕੀਤਾ ਕਿ ਤੁਸੀਂ 50% ਕੋਰਸ ਇੰਡੀਆ 'ਚ ਕਰ ਸਕਦੇ ਹੋ, ਫਿਰ ਵੀ ਤੁਹਾਨੂੰ ਸਟੱਡੀ ਵਰਕ ਵੀਜ਼ਾ ਉੱਥੇ ਮਿਲੇਗਾ। ਸਿਮਿਲਰਲੀ ਨਿਊਜ਼ੀਲੈਂਡ ਵੀ ਇਹ ਕਹਿ ਰਿਹਾ, ਨਿਊਜ਼ੀਲੈਂਡ ਵੀ ਪਾਰਟ ਆਫ ਦਾ ਕੋਰਸ ਤੁਸੀਂ ਇੱਥੇ ਕਰ ਸਕਦੇ ਇੰਡੀਆ ਵਿੱਚ, ਔਰ ਰੈਸਟ ਜਿਹੜਾ 30 ਵੀਕਸ ਉਹ ਡਿਪੈਂਡ ਕਰਦਾ 2 ਕੈਟਾਗਰੀਜ਼ ਹੈਗੇ ਨੇ ਨਿਊਜ਼ੀਲੈਂਡ ਵਿੱਚ, ਉਹਦੇ ਹਿਸਾਬ ਨਾਲ ਪਾਰਟ ਆਫ ਦਾ ਕੋਰਸ ਤੁਸੀਂ ਨਿਊਜ਼ੀਲੈਂਡ 'ਚ ਕਰਦੇ ਹੋ ਔਨ ਸ਼ੋਰ, ਤਾਂ ਤੁਸੀਂ ਫਿਰ ਵੀ ਐਲੀਜੀਬਲ ਹੋ ਸਕਦੇ ਹੋ। ਕੋਰਸਿਸ ਦੀ ਗੱਲ ਚੱਲ ਰਹੀ ਹੈ ਤਾਂ ਆਸ਼ੂਤੋਸ਼ ਜੀ ਕੋਲ ਜਾਵਾਂਗੇ। ਠੀਕ ਹੈ ਆਸ਼ੂਤੋਸ਼ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਰਹੇ ਹੋ, ਸੋ ਹੁਣ ਇੱਕ ਮੌਕਾ ਹੈਗਾ, ਉਹੀ ਸਵਾਲ ਮੈਂ ਇੱਥੇ ਲਵਾਂਗੀ ਕਿ ਆਇਲਟਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਲਾਸਿਸ ਲੱਗ ਸਕਦੀਆਂ ਨੇ, ਘਰ ਬੈਠ ਕੇ ਵੀ ਤਿਆਰੀ ਹੋ ਸਕਦੀ, ਇੱਕ ਪੋਸਿਬਿਲਿਟੀ ਹੈ, ਇੱਕ ਬੱਚਾ ਸਟਰੋਂਗ ਵੇ ਦੇ ਨਾਲ ਹੁਣ ਉੱਭਰ ਕੇ ਆ ਸਕਦਾ ਔਰ ਆਪਣੇ ਜਿਹੜੇ ਬੈਂਡਸ ਨੇ ਉਹਨਾਂ ਨੂੰ ਵੀ ਤਰੀਕੇ ਦੇ ਨਾਲ ਹਾਸਿਲ ਕਰਕੇ ਹੁਣ ਅੱਗੇ ਫਿਊਚਰ ਦੇ ਲਈ ਬੇਸ਼ੱਕ ਉਹ 1.5 ਸਾਲ ਬਾਅਦ ਅਪਲਾਈ ਕਰੇ ਜਾਂ ਫਿਰ ਥੋੜੀ ਦੇਰ ਬਾਅਦ ਅਪਲਾਈ ਕਰੇ, ਉਹ ਉਸ ਤਰੀਕੇ ਦੇ ਨਾਲ ਕੰਮ ਕਰ ਸਕਦਾ ਇੱਥੇ? ਬਿਲਕੁਲ, ਬੱਚੇ ਦੇ ਕੋਲ ਥੋੜਾ ਜਿਹਾ ਟਾਈਮ ਜ਼ਿਆਦਾ ਮਿਲ ਗਿਆ, ਜਿਵੇਂ ਕਿ ਮੈਂ ਆਪਣੀ ਲਾਸਟ ਕਨਵਰਸੇਸ਼ਨ 'ਚ ਕਿਹਾ ਸੀ ਕਿ +2 ਵਾਲਾ ਸਟੂਡੈਂਟ ਅਦਰਵਾਈਜ਼ ਸੈਪਟੈਂਬਰ 'ਚ ਜਾਂਦਾ ਸੀ, ਉਹ ਸੈਪਟੈਂਬਰ ਦੀ ਜਗ੍ਹਾ ਜਿਵੇਂ ਕਿ ਨਵਨੀਤ ਜੀ ਨੇ ਕਿਹਾ ਤੇ ਆਪਣਾ ਜਗਜੀਤ ਜੀ ਨੇ ਕਿਹਾ ਕਿ ਪੋਸਿਬਿਲਿਟੀ ਹੈ ਕਿ ਬਿਗਨਿੰਗ ਆਫ ਨੈਕਸਟ ਈਅਰ ਦੇ ਵਿੱਚ ਅਗਰ ਕਾਲਜਸ ਅਲਾਉ ਕਰ ਦਿੰਦੇ ਨੇ ਤੇ ਬਾਰਡਰਸ ਓਪਨ ਹੋ ਜਾਂਦੇ ਨੇ ਤੇ ਉਹ ਚਲੇ ਵੀ ਜਾਣਗੇ ਤੇ ਉਹਨਾਂ ਨੂੰ ਸਿਰਫ 4 ਮਹੀਨੇ ਐਕਸਟੈਂਡ ਕਰਨਾ ਪਏਗਾ। ਲੇਕਿਨ ਇਹ ਵਕਤ ਜਿਹੜਾ 4 ਮਹੀਨੇ ਦਾ ਮਿਲ ਗਿਆ, ਦੇ ਕੈਨ ਇੰਪਰੂਵ देयर ਲੈਂਗੁਏਜ ਐਬਿਲਿਟੀਜ਼ ਤੇ ਜੋਕਰ ਉਹਨਾਂ ਨੂੰ ਉੱਥੇ ਜਾ ਕੇ ਜੌਬ ਲੱਭਣ 'ਚ ਵੀ ਕਾਫੀ ਹੈਲਪ ਕਰਨਗੀਆਂ। ਜਿਵੇਂ ਨਵਨੀਤ ਜੀ ਨੇ ਕਿਹਾ ਕਿ ਕਾਫੀ ਸਾਰੇ ਲੇ ਆਫਸ ਹੋ ਰਹੇ ਨੇ, ਡੈਫੀਨੇਟਲੀ ਇੰਡੀਆ ਆਲ ਓਵਰ ਵਰਲਡ ਜਿਹੜੇ ਲੇ ਆਫਸ ਹੋ ਰਹੇ ਨੇ, ਉਹਨਾਂ ਦੇ ਕੇਸ 'ਚ ਜਿਨ੍ਹਾਂ ਨੇ ਉੱਥੇ ਜਾ ਕੇ ਜੌਬ ਕਰਨੀਆਂ ਸਟੂਡੈਂਟਸ ਨੇ, ਉਹਨਾਂ ਦੀ ਐਬਿਲਿਟੀਜ਼ ਵੀ ਅੱਛੀ ਹੋਣੀ ਚਾਹੀਦੀਆਂ ਤੇ ਐਕਚੁਅਲੀ ਲੈਂਗੁਏਜ ਐਬਿਲਿਟੀਜ਼ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਕਾਊਂਟ ਕਰਦੀਆਂ। ਜਦ ਤੁਸੀਂ ਕਿਸੇ ਬਾਹਰਲੇ ਮੁਲਕ 'ਚ ਜਾ ਕੇ, ਕਿਸੇ ਇੰਗਲਿਸ਼ ਸਪੀਕਿੰਗ ਮੁਲਕ 'ਚ ਜਾ ਕੇ ਤੁਸੀਂ ਪੜ੍ਹਨਾ ਹੁੰਦਾ ਜਾਂ ਕੰਮ ਕਰਨਾ ਹੁੰਦਾ ਤੇ ਉੱਥੇ ਲੈਂਗੁਏਜ ਐਬਿਲਿਟੀਜ਼ ਬਹੁਤ ਅੱਛੀ ਹੋਣੀ ਚਾਹੀਦੀਆਂ ਤੇ ਇਹ ਜਿਹੜਾ ਟਾਈਮ ਹੈ ਬੱਚਿਆਂ ਕੋਲ, ਉਹ ਬੱਚੇ ਬਹੁਤ ਚੰਗੀ ਤਰ੍ਹਾਂ ਇਸ ਨੂੰ ਯੂਟਿਲਾਈਜ਼ ਕਰ ਸਕਦੇ ਨੇ
ਤੇ ਇਨਫੈਕਟ ਆਨਲਾਈਨ ਜਿਹੜੀ ਐਜੂਕੇਸ਼ਨ ਹੈ ਜਾਂ ਪਲੇਟਫਾਰਮ ਬੇਸਡ ਜਿਹੜੀ ਐਜੂਕੇਸ਼ਨ ਹੈ ਉਹ ਨਾਰਮਲ ਐਜੂਕੇਸ਼ਨ ਨਾਲੋਂ ਥੋੜੀ ਸਸਤੀ ਵੀ ਹੈ ਤੇ ਸਟੂਡੈਂਟਸ ਥੋੜਾ ਜ਼ਿਆਦਾ ਵਕਤ ਲਗਾ ਕੇ ਵੀ ਆਪਣੇ ਆਇਲਸ ਕੋਰਸਿਸ ਕਰ ਸਕਦੇ ਨੇ, ਆਪਣਾ ਤਿਆਰ ਕਰਵਾ ਸਕਦੇ ਨੇ ਤੇ ਦੇ ਕੈਨ ਆਲਵੇਜ਼ ਗੋ ਇਨ ਜਨਵਰੀ ਐਂਡ ਫੈਬਰੂਅਰੀ ਤੇ ਮੈਨੂੰ ਲੱਗਦਾ ਉਹਨਾਂ ਨੂੰ 3-4 ਮਹੀਨੇ ਦਾ ਫਰਕ ਪਏਗਾ ਵਿਚ ਇਜ਼ ਨਾਟ ਅ ਵੈਰੀ ਬਿਗ ਡੀਲ। ਠੀਕ ਹੈ ਠੀਕ ਹੈ ਹਾਂਜੀ ਆਨੀ ਮੈਂ ਆਸ਼ੂਤੋਸ਼ ਜੀ ਤੁਹਾਡੇ ਕੋਲ। ਨਵਨੀਤ ਜੀ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਹੋ ਹੀ ਰਿਹਾ ਸੋ ਅਸੀਂ ਨਾ ਪੱਖੀ ਨਾਲੋਂ ਅਗਰ ਹਾਂ ਪੱਖੀ ਵੱਲ ਜਾਈਏ ਇੱਕ ਗੁੰਜਾਇਸ਼ ਵੇਖੀਏ 4 ਮਹੀਨੇ ਦੀ ਗੁੰਜਾਇਸ਼ ਕਹਿ ਰਹੇ ਨੇ ਇਸ ਦੌਰਾਨ ਜਿਹੜੇ ਨੇ ਉਹ ਸਟੂਡੈਂਟਸ ਕੀ ਕਰ ਸਕਦੇ ਨੇ ਖਾਸ ਤੌਰ ਤੇ ਹੁਣ ਦੀ ਅਗਰ ਫਿਲਹਾਲ ਦੀ ਸਥਿਤੀ ਕਿਉਂਕਿ ਕੰਮ ਦੀ ਗੱਲ ਕਰਦੀ ਹਾਂ ਮੈਂ ਕੁੱਲ ਮਿਲਾ ਕੇ ਤਾਂ ਇੰਡੀਆ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਵੀ ਇਸ ਵੇਲੇ ਬਹੁਤ ਨਹੀਂ ਹੈ ਨੌਕਰੀਆਂ ਕਈਆਂ ਦੀਆਂ ਚੱਲੀਆਂ ਗਈਆਂ ਨੇ ਹਾਲਾਤ ਖਰਾਬ ਨੇ ਹਾਲਾਂਕਿ ਬਹੁਤ ਸਾਰੀਆਂ ਕੰਟਰੀਜ਼ ਅਜਿਹੀਆਂ ਬਾਹਰ ਅਜਿਹੀਆਂ ਨੇ ਜਿੱਥੇ ਅਜਿਹੇ ਹੀ ਹਾਲਾਤ ਨੇ ਪਰ ਕੀ ਹੋ ਸਕਦਾ ਹੈ ਯਾਨੀ ਕਿ ਗੁੰਜਾਇਸ਼ ਕੀ ਹੈਗੀ ਹੈ ਸਿੱਧੇ ਤੌਰ ਤੇ ਮੈਂ ਜਾਨਣਾ ਚਾਹਾਂਗੀ। देखो जगजीत ने भी कहा, आशु जी ने भी कहा, गुरपाल भाजी ने भी कहा, जगजीत भाजी ने भी कहा, द पॉइंट इज ये ਜਿਹੜਾ ਟਾਈਮ ਹੈ ਇਟ ਇਜ਼ ਟੂ ਇੰਪਰੂਵ योर स्किल। ਹੁਣ ਅਸੀਂ ਬਾਹਰ ਜਾ ਕੇ ਜੌਬ ਤਾਂ ਲੱਭਣੀ ਹੈ ਬਟ ਅਸੀਂ ਉਰੇ ਅੱਗੇ ਕਰਦੇ ਸੀ ਕਿ ਇੱਕ ਏਜੰਟ ਤੋਂ ਦੂਜੇ ਏਜੰਟ ਦੇ ਦਫ਼ਤਰ ਭੇਜਦੇ ਸੀਗੇ ਵੀ ਕੌਣ ਸਸਤਾ ਦੇ ਰਿਹਾ ਕੌਣ ਪੈਸੇ ਬਾਅਦ ਚ ਲੈ ਰਿਹਾ ਹੈ। ਕਰੀਅਰ ਸੋਚਣਾ ਪੈਣਾ ਜਿਹੜੀ ਗੁਰਪਾਲ ਭਾਜੀ ਨੇ ਗੱਲ ਕਹੀ ਵੀ ਪੜ੍ਹ ਕੇ ਲੇਟਰ ਔਨ ਵਾਟ ਵੁੱਡ ਯੂ ਡੂ ਜੀ ਰਾਈਟ ਕੋਰਸ ਨਾਮ ਦੀ ਚੀਜ਼ ਪੰਜਾਬ ਚ ਖਤਮ ਹੋਈ ਸੀ। ਪੰਜਾਬ ਚ ਕੀ ਕਹਿੰਦੇ ਸੀ 3 ਲੱਖ ਕੈਨੇਡਾ ਜਾਓ 6 ਲੱਖ ਚ ਕੈਨੇਡਾ ਪਹੁੰਚੋ 2 ਮਿਲੀਅਨ ਚ ਆਫਰ ਲੈਟਰ ਲਓ ਕਿੱਥੇ ਗਏ ਸੀ ਕੋਰਸ। ਅੱਜ ਲੋਕਾਂ ਨੂੰ ਅੰਡਰਸਟੈਂਡ ਕਰਨਾ ਪੈਣਾ ਵੀ ਰਿਸੈਸ਼ਨ ਦੇ ਵਿੱਚ ਕਿਹੜੀ ਚੱਲੇਗੀ। ਜੇ ਮੈਂ ਆਈਟੀ ਪੜਨ ਜਾ ਰਿਹਾ ਮੈਂ ਉਹਦੇ ਚ ਕੀ ਪੜਨਾ ਜੇ ਮੈਂ ਇੰਜੀਨੀਅਰਿੰਗ ਪੜਨ ਜਾ ਰਿਹਾ ਮੈਂ ਕੀ ਪੜਨਾ ਜੇ ਮੈਂ ਬਿਜ਼ਨਸ ਪੜਨ ਜਾ ਰਿਹਾ ਉਹਦੀ ਆਊਟਕਮ ਕੀ ਹੋਏਗੀ। ਮੇਰਾ ਖਿਆਲ ਜਿੰਨਾ ਟਾਈਮ ਆਪਣੀ ਲੈਂਗੁਏਜ ਐਬਿਲਿਟੀ ਔਰ ਆਪਣੀ ਰਿਸਰਚ ਨੂੰ ਇੰਪਰੂਵ ਕਰਨ ਤੇ ਹੈ ਰਾਈਟ ਕਿਉਂਕਿ ਭੇਡ ਬੱਕਰੀਆਂ ਨੂੰ ਜਦੋਂ ਜਾ ਰਹੇ ਸੀ ਉਦੋਂ ਹੀ ਹੱਕੇ ਜਾ ਰਹੇ ਸੀ। ਅੱਜ ਟਾਈਮ ਇਹ ਆਊ ਕਿ ਜਿਹੜਾ ਬੱਚਾ ਸਮਾਰਟਰ ਹੋਊਗਾ ਜਿਵੇਂ ਗੁਰਪਾਲ ਭਾਜੀ ਨੇ ਕਿਹਾ ਆਸ਼ੂ ਭਾਜੀ ਨੇ ਕਿਹਾ ਜਗਜੀਤ ਭਾਜੀ ਨੇ ਨਿਊਜ਼ੀਲੈਂਡ ਦੀ ਯੂਨੀਵਰਸਿਟੀਜ਼ ਦੀ ਗੱਲ ਕੀਤੀ ਦ ਮੂਵਮੈਂਟ ਵੀ ਰਿਸਰਚ ਕਿਉਂਕਿ 2 ਸਾਲ ਬਾਅਦ 3 ਸਾਲ ਬਾਅਦ ਉਹ ਟਾਈਮ ਆਉਣਾ ਜਦੋਂ ਆਪਾਂ ਜੀ ਜੌਬ ਲੱਭਣੀ ਹੈ। ਠੀਕ ਹੈ ਸੋ ਅਖੀਰਲੇ ਸਮਾਂ ਹੈਗਾ ਬਿਲਕੁਲ ਹੀ ਆਖਿਰ ਦਾ ਸਮਾਂ ਹੈ ਜੌਬ ਜਿਹੜੀ ਆਪਾਂ ਨੂੰ ਜਾਂਦੇ ਉਹਨੂੰ ਜੀ ਅਤੇ ਇੱਕ ਚੀਜ਼ ਮੈਂ ਅਖੀਰਲਾ ਸਵਾਲ ਇਹੀ ਪੁੱਛਾਂਗੀ ਕਿ ਹੁਣ ਦੀ ਗੱਲ ਕਰੀਏ ਤਾਂ ਜਿਹੜੇ ਹਜੇ ਵੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਹੁਣੇ ਅਪਲਾਈ ਕਰੋ ਸੋ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਨਾਲ ਲਿਆ ਜਾ ਸਕਦਾ ਹੈ ਉਹ ਚੀਜ਼ ਮੈਂ ਜਾਨਣਾ ਚਾਹਾਂਗੀ ਔਰ ਬਹੁਤ ਹੀ ਘੱਟ ਸਮਾਂ ਜਿਹੜਾ ਹੈਗਾ ਉਹ ਫਿਲਹਾਲ ਅਖੀਰ ਦੇ ਵਿੱਚ ਨਵਨੀਤ ਜੀ ਤੁਹਾਡੇ ਕੋਲ ਔਰ ਉਸ ਤੋਂ ਬਾਅਦ ਜਗਜੀਤ ਜੀ ਕੋਲ ਜਾਵਾਂਗੇ ਫਿਰ ਇਜਾਜ਼ਤ ਲਵਾਂਗੇ ਜੀ। ਮੇਰੀ ਮਸ਼ਹੂਰੀਆਂ ਵੀ ਕਹਿੰਦੀਆਂ ਅਪਲਾਈ ਨੋ ਬਟ ਅਪਲਾਈ ਕਰਕੇ ਜਾਣਾ ਕਿੱਥੇ ਹੈ ਰਾਈਟ ਅਪਲਾਈ ਕਰੋ ਆਨਲਾਈਨ ਪੜਨ ਦੀ ਸੋਚ ਲਓ ਪਰ ਆਨਲਾਈਨ ਦੇ ਪੋਜ਼ਿਟਿਵ ਨੈਗੇਟਿਵ ਦੋਨੋਂ ਲੈ ਕੇ ਵੀ ਜੇ ਫੇਲ ਹੋ ਗਏ ਫੀਸ ਤੱਕ ਹੀ ਭਰਨਾ ਜੇ ਨਕਲ ਮਾਰਦੇ ਫੜ ਕੇ ਉਸ ਕੇਸ ਚ ਪਲੇਜਰਿਜ਼ਮ ਦੇ ਕੇਸ ਚ ਕੀ ਹੋਏਗਾ। ਅਪਲਾਈ ਨਾਓ ਮੇਰੀ ਸਾਰੀ ਆਖਿਰ ਸੈਕਿੰਡ ਜਿਹੜੇ ਨੇ ਉਹ ਜਗਜੀਤ ਜੀ ਨੂੰ ਦੇਣੇ ਉਸ ਤੋਂ ਬਾਅਦ ਇਜਾਜ਼ਤ ਲਵਾਂਗੇ। ਹਾਂਜੀ ਮੇਰਾ ਇਹ ਕੰਕਲੂਜਨ ਜਿਹੜਾ ਰਹੇਗਾ ਸਟੇਟਮੈਂਟ ਇਹ ਰਹੇਗੀ ਕਿ ਬੱਚੇ ਦੇ ਆਰ ਫ੍ਰੀ ਟੂ ਟੇਕ ਆਨਲਾਈਨ ਕੋਰਸਸ ਜ਼ਰੂਰ ਐਨਰੋਲ ਕਰਨ। ਬਹੁਤ ਸਾਰੇ ਕਾਲਜਸ ਅੱਗੇ ਆ ਕੇ ਕਹਿ ਰਹੇ ਨੇ ਕਿ ਅੱਗੇ ਤੁਹਾਡਾ ਵੀਜ਼ਾ ਵੀ ਨਹੀਂ ਹੋਏਗਾ ਤਾਂ ਅਸੀਂ ਫੀਸ ਜਿਹੜੀ ਹੈ ਪੂਰੀ ਤੁਹਾਨੂੰ ਰਿਫੰਡ ਕਰ ਦੇਵਾਂਗੇ। ਇੱਕ ਬਹੁਤ ਅੱਛੀ ਗੱਲ ਜਿਹੜੀ ਹੈ ਔਰ ਉਹਨਾਂ ਨੂੰ ਡਿਸਕਾਊਂਟਡ ਫੀਸ ਵੀ ਮਿਲ ਰਹੀ ਹੈ ਇੰਡੀਆ ਵਿੱਚ। ਬਟ ਉਹ ਹੈ ਕਿ ਹੁਣ ਕਿਵੇਂ ਕਿੰਨੀ ਸਿੰਸੀਅਰਲੀ ਇਹ ਕੋਰਸ ਕਰਨਾ ਚਾਹ ਰਿਹਾ ਕਿਉਂਕਿ ਜ਼ਿਆਦਾਤਰ 99% ਬੱਚਾ ਤਾਂ ਉੱਥੇ ਜਾ ਰਿਹਾ ਕਿ ਅਸੀਂ ਉੱਥੇ ਪੜ੍ਹਾਈ ਕਰਕੇ ਪਾਰਟ ਟਾਈਮ ਜੌਬ ਕਰੀਏ ਉਹਦੇ ਬਾਅਦ ਸਾਨੂੰ ਜੌਬ ਮਿਲੇ ਐਂਡ ਆਫ ਦੀ ਡੇ ਅਸੀਂ PR ਉੱਥੇ ਲੈਣੀ ਆ ਤਾਂ ਉਹਦੇ ਵਿੱਚ ਆਨਲਾਈਨ ਕੋਰਸਸ ਕਿਵੇਂ ਵਰਕ ਕਰੇਗਾ ਕਿੰਨੇ ਸਟੂਡੈਂਟਸ ਉਹਨੂੰ ਅਪਣਾਉਣਗੇ ਇਹ ਸਾਰੀ ਚੀਜ਼ਾਂ ਵਾਲੀਆਂ ਹੋਣਗੀਆਂ। ਆਖਿਰਲਾ ਕਮੈਂਟ ਆਸ਼ੂ ਜੀ ਤੁਹਾਡਾ ਵੀ ਲੈਣੇ ਉਸ ਤੋਂ ਬਾਅਦ ਫਿਰ ਇਜਾਜ਼ਤ ਲਵਾਂਗੇ। ਹਾਂਜੀ ਮੈਮ ਮੈਂ ਵੀ ਜਗਜੀਤ ਜੀ ਨਾਲ ਤੇ ਨਵਦੀਪ ਜੀ ਨਾਲ ਇਤਫਾਕ ਰੱਖਦਾ ਇਸ ਚੀਜ਼ ਤੋਂ ਤੇ ਕਿ ਸਟੂਡੈਂਟ ਨੂੰ ਆਪਣੇ ਜੋ ਸਕਿੱਲਸ ਹੈ ਉਹਨੂੰ ਇੰਪਰੂਵ ਕਰਨਾ ਚਾਹੀਦਾ ਹੈ ਤੇ ਬਹੁਤ ਸੋਚ ਸਮਝ ਕੇ ਡਿਸੀਜਨ ਲੈਣਾ ਚਾਹੀਦਾ ਹੈ ਕਿ ਅਸੀਂ ਆਨਲਾਈਨ ਕਰਨਾ ਹੈ ਕੋਰਸਿਸ ਜਾਂ ਨਹੀਂ ਕਰਨੇ ਤੇ ਉਹਦੇ ਫਾਇਦੇ ਤੇ ਨੁਕਸਾਨ ਕੀ ਰਹਿਣਗੇ। ਠੀਕ ਹੈ ਜਿੰਨੀ ਵੀ ਤੁਹਾਡੀ ਅੱਜ ਦੀ ਪਿਕਚਰ ਆ ਰਹੀ ਨੇ ਮਸ਼ਹੂਰੀਆਂ ਆ ਰਹੀਆਂ ਨੇ ਜੋ ਵੀ ਐਡਵਰਟਾਈਜ਼ਮੈਂਟਸ ਆ ਰਹੀਆਂ ਨੇ ਅਪਲਾਈ ਕਰੋ ਚਲੇ ਜਾਓ they need to understand ਕਿ ਹੋ ਕਿਆ ਰਿਹਾ ਹੈ। ਠੀਕ ਹੈ ਆਸ਼ੂਤੋਸ਼ ਜੀ ਮਾਫੀ ਚਾਹਾਂਗੇ ਔਰ ਉਪਲ ਜੀ ਤੁਸੀਂ ਵੀ ਇੱਕ ਲਾਈਨ ਦੇ ਵਿੱਚ ਕੁਝ ਕਹਿ ਦਿਓ ਫਿਰ ਆਪਾਂ ਧੰਨਵਾਦ ਕਰੀਏ। ਸਾਰੇ ਬੱਚੇ ਨੂੰ ਮੈਂ ਇਹੀ ਬੇਨਤੀ ਹੈਗੀ ਆ ਯੂਨੀਵਰਸਿਟੀਆਂ ਦੇਖੋ ਸਾਰੇ ਮੁਲਕਾਂ ਦੀ ਦੇਖੋ ਜੋ ਵੀ ਤੁਹਾਡੀ ਓਪਰਚੁਨਿਟੀਜ਼ ਪਰ ਪਲੀਜ਼ ਪਲਾਨ ਯੋਰ ਫਿਊਚਰ ਫॉर ਲੌਂਗ ਟਰਮ। ਇਹ ਨਾ ਸੋਚੋ ਤੁਸੀਂ ਅੱਜ ਹੀ ਜਾ ਕੇ PR ਮਿਲ ਜਾਣੀ ਹੈ ਉਹ ਦਿਨ ਚੱਲ ਗਏ ਉਹ ਚੰਗੀਆਂ ਗੱਲਾਂ ਚੱਲ ਗਈਆਂ ਹੈਗੀਆਂ ਪਲਾਨ ਫॉर ਦ ਫਿਊਚਰ ਨਾਟ ਫॉर ਟੁਡੇ। ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਸਾਰੇ ਹੀ ਮੇਰੇ ਖਾਸ ਮਹਿਮਾਨਾਂ ਦਾ ਜੁੜਨ ਦੇ ਲਈ ਚਰਚਾ ਦੇ ਵਿੱਚ ਸ਼ੁਕਰੀਆ। ਸੋ ਗੱਲ ਕੀਤੀ ਜਾਵੇ ਤਾਂ ਕਾਫੀ ਹਾਲਾਤ ਇਸ ਵੇਲੇ ਸੋਚਣ ਵਾਲੇ ਨੇ ਸੋਚੋ ਸਮਝੋ ਫਿਰ ਕੋਈ ਫੈਸਲਾ ਲਵੋ ਤੇ ਮੈਨੂੰ ਵੀ ਦੇ ਇਜਾਜ਼ਤ ਧੰਨਵਾਦ।